ਵਾਹਿਗੁਰੂ ਸਾਹਿਬ ਜੀਓ। ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕਉ ਸੌਂਪਤੀ, ਕਿਆ ਲਾਗੈ ਮੇਰਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਸੇਖ ਫਰੀਦ ਕੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਤ ਦਿਹਾੜੈ ਧਨਵਰੀ, ਸਾਹੇ ਲਏ ਲਿਖਾਏ। ਮਾਲਕ ਜੇ ਕੰਨੀ ਸੁਣੀ ਦਾ, ਮੂੰਹੋਂ ਦੇ ਖਾਲੇ ਆਏ। ਜਿੰਦ ਨਿਮਾਣੀ ਕੱਢੀਐ, ਹੱਡਾ ਕੂਕੜ ਕਾਏ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੂ ਸਮਝਾਏ। ਜਿੰਦ ਵਹੁਟੀ ਮਰਨ ਵਰ, ਲੈ ਜਾਸੀ ਪਰਨਾਏ। ਆਪਣ ਹੱਥੀ ਜੋਲ ਕੈ, ਕੈ ਗਲ ਲੱਗੈ ਧਾਏ। ਵਾਲਹੋ ਨਿੱਕੀ ਪੁਰਫਲਾਤ, ਕੰਨੀ ਨਾ ਸੁਣੀ ਆਏ। ਫਰੀਦਾ ਕੀੜੀ ਪਵੰਦੀ, ਖੜਾ ਨਾ ਆਪ ਮੁਹਾਏ। ਸ਼ਲੋਕ ਸੇਖ ਫਰੀਦ ਕੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਤ ਦਿਹਾੜੈ ਧਨਵਰੀ, ਸਾਹੇ ਲਏ ਲਿਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ। ਵਡਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪ੍ਰਮ ਚੋਟਾਂ ਖਾਵੈ ਹੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡਿਆਂ ਭਾਗਾਂ ਦੇ ਨਾਲ ਸਤਸੰਗਤ ਦੀਆਂ ਘੜੀਆਂ ਨਸੀਬ ਹੁੰਦੀਆਂ ਹਨ। ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਬੈਠਦੇ ਹਾਂ, ਗੁਰੂ ਦੀ ਬਾਣੀ ਸੁਣਦੇ ਹਾਂ, ਕੀਰਤਨ ਕਥਾ ਦੇ ਨਾਲ ਜੁੜਦੇ ਹਾਂ, ਸਮਝ ਲਓ ਸਾਡੇ ਵੱਡੇ ਭਾਗ ਜਾਗ ਪਏ। ਸੋ ਆਪ ਸੰਗਤਾਂ ਨੇ ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਕਥਾ ਸਰਵਣ ਕੀਤੀ। ਹੁਣ ਅੱਗੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੈ। ਬਾਬਾ ਫਰੀਦ ਜੀ, ਜਿਨ੍ਹਾਂ ਨੂੰ ਲੋਕ ਸ਼ੇਖ ਫਰੀਦ ਕਹਿ ਕੇ ਯਾਦ ਕਰਦੇ ਸਨ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਗਤ ਨੂੰ ਤਾਰਦੇ ਹੋਏ ਪਾਕਪਟਨ ਸ਼ਹਿਰ ਵਿੱਚ ਪਹੁੰਚੇ ਹਨ। ਹਜ਼ੂਰ ਨੂੰ ਪਤਾ ਸੀ ਇੱਥੇ ਬਾਬਾ ਫਰੀਦ ਜੀ ਦੀ ਗੱਦੀ ਚੱਲ ਰਹੀ ਹੈ। ਉਹ ਸਮੇਂ ਉਸ ਗੱਦੀ ਦੇ ਵਾਰਸ ਸਨ ਸ਼ੇਖ ਇਬਰਾਹੀਮ। ਜਨਮ ਸਾਖੀ ਵਿੱਚ ਉਹਨਾਂ ਦਾ ਨਾਮ ਸ਼ੇਖ ਬ੍ਰਹਮ ਵੀ ਲਿਖਿਆ ਹੋਇਆ ਹੈ। ਸ਼ੇਖ ਇਬਰਾਹੀਮ ਉਹਨਾਂ ਦਾ ਅਸਲੀ ਨਾਮ ਸੀ, ਪਰ ਆਮ ਲੋਕਾਂ ਵਿੱਚ ਸ਼ੇਖ ਬ੍ਰਹਮ ਨਾਮ ਕਰਕੇ ਪ੍ਰਸਿੱਧ ਹੋਏ।
ਜਦੋਂ ਹਾਜ਼ੂਰ ਉਹਨਾਂ ਨੂੰ ਜਾ ਕੇ ਮਿਲੇ, ਉਹਨਾਂ ਦੇ ਕੋਲ ਪਹਿਲੇ ਬਾਬਾ ਫਰੀਦ ਜੀ ਦੀ ਬਾਣੀ ਮੌਜੂਦ ਸੀ ਅਤੇ ਉਸ ਬਾਣੀ ਦੇ ਉੱਤੇ ਵਿਚਾਰਾਂ ਹੋਈਆਂ ਤਾਂ ਸ਼ੇਖ ਬ੍ਰਹਮ ਨੇ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਨੂੰ ਭੇਟ ਕੀਤੀ ਅਤੇ ਜਿਹੜੀ ਨਾਨਕ ਬਾਣੀ ਸੀ, ਗੁਰੂ ਮਹਾਰਾਜ ਦੀ ਉਚਾਰਨ ਕੀਤੀ ਹੋਈ ਬਾਣੀ, ਉਹ ਉਹਨਾਂ ਨੇ ਪ੍ਰਾਪਤ ਕੀਤੀ। ਜਿਨ੍ਹਾਂ ਭਗਤਾਂ ਦੀ ਬਾਣੀ, ਜਿਨ੍ਹਾਂ ਦੀ ਗਿਣਤੀ 15 ਮੰਨੀ ਗਈ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰ ਦਰਜ ਹੋਈ। ਗਾਹੇ ਅਵਗਾਹੇ ਉਹ ਸਾਰੇ ਭਗਤ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ, ਵਿਚਾਰ ਵਟਾਂਦਰੇ ਹੋਏ, ਪਰਮਾਰਥ ਦੀਆਂ, ਰੱਬ ਦੇ ਘਰ ਦੀਆਂ ਗੱਲਾਂ ਬਾਤਾਂ ਹੋਈਆਂ ਅਤੇ ਨਾਲ ਹੀ ਬਾਣੀ ਦਾ ਆਦਾਨ ਅਤੇ ਪ੍ਰਦਾਨ ਹੋਇਆ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਭਗਤਾਂ ਦੀ ਬਾਣੀ ਗੁਰੂ ਘਰ ਦੇ ਵਿੱਚ ਆ ਚੁੱਕੀ ਸੀ ਅਤੇ ਸਤਿਗੁਰੂ ਦੀ ਬਾਣੀ ਉਹਨਾਂ ਭਗਤਾਂ ਦੇ ਕੋਲ ਪਹੁੰਚ ਚੁੱਕੀ ਸੀ। ਇਸੇ ਲਈ ਸ਼੍ਰੀ ਮੁਖ ਵਾਕ ਬਾਣੀ ਦੇ ਅੰਦਰ ਉਹਨਾਂ ਭਗਤਾਂ ਦੇ ਨਾਮ ਦਰਜ ਹੋਏ ਨੇ ਅਤੇ ਭਗਤਾਂ ਦੀ ਬਾਣੀ ਵਿੱਚ ਗੁਰੂ ਮਹਾਰਾਜ ਦੀ ਬਾਣੀ ਵੀ ਦਰਜ ਹੋਈ ਸਾਨੂੰ ਪ੍ਰਾਪਤ ਹੁੰਦੀ ਹੈ। ਬਾਬਾ ਫਰੀਦ ਜੀ ਸ਼ੇਖ ਮੁਸਲਮਾਨਾਂ ਦੀ ਬਿਰਧ ਜਾਤੀ ਹੈ। ਸ਼ੇਖ ਲੋਕ ਬੜੇ ਅਮੀਰ ਵੀ ਹੁੰਦੇ ਨੇ ਅਤੇ ਫਕੀਰ ਵੀ ਹੁੰਦੇ ਨੇ। ਹੁਣ ਬਾਬਾ ਫਰੀਦ ਜੀ ਬੜੇ ਅਮੀਰ ਘਰਾਣੇ ਦੇ ਸਨ। ਬਚਪਨ ਦੇ ਵਿੱਚ ਮਾਤਾ ਨੇ ਉਹਨਾਂ ਨੂੰ ਨਮਾਜ਼ ਪੜ੍ਹਨ ਲਾਇਆ। ਸ਼ੱਕਰ, ਖੰਡ, ਗੁੜ, ਸ਼ਹਿਦ, ਦੁੱਧ ਦਾ ਲਾਲਚ ਦੇ ਕੇ ਫਿਰ ਹੌਲੀ ਹੌਲੀ ਬੰਦਗੀ ਦਾ ਰਸ ਆਇਆ। ਫਿਰ ਬਾਬਾ ਫਰੀਦ ਜੀ ਨੇ ਕਹਿ ਦਿੱਤਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ। 48 ਸਾਲ ਲਗਾਤਾਰ ਬਾਬਾ ਫਰੀਦ ਜੀ ਨੇ ਜੁਹਦ ਕੀਤੀ, ਤਪੱਸਿਆ ਕੀਤੀ। 12 ਸਾਲ ਬਿਰਛਾਂ ਦੇ ਪੱਤਰੇ ਖਾ ਕੇ ਭਗਤੀ ਕੀਤੀ। 12 ਸਾਲ ਖੂਹ ਦੇ ਵਿੱਚ ਪੁੱਠੇ ਲਟਕ ਕੇ ਭਗਤੀ ਕੀਤੀ ਅਤੇ 12 ਸਾਲ ਹੀ ਸ਼ੇਖ ਸ਼ਰਫ ਜਿਹੜਾ ਇਹਨਾਂ ਦਾ ਮੁਰਸ਼ਦ ਸੀ, ਉਹਦੀ ਸੇਵਾ ਟਹਿਲ ਕਰਦੇ ਰਹੇ। ਫਿਰ 12 ਸਾਲ ਹੋਰ ਭਗਤੀ ਕਰਨ ਤੋਂ ਬਾਅਦ ਇਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ। ਸੁਰੋ ਵਿਚਾਰ ਬਾਬਾ ਫਰੀਦ ਜੀ ਸੂਫੀ ਮੁਸਲਮਾਨ ਸਨ ਅਤੇ ਉਹਨਾਂ ਦੀ ਬਾਣੀ ਗੁਰਬਾਣੀ ਦੇ ਕਸਵੱਟੀ 'ਤੇ ਖਰੀ ਉਤਰੀ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਨੂੰ ਆਪਣੀ ਬਾਣੀ ਵਿੱਚ ਸ਼ਾਮਲ ਕੀਤਾ। ਸ਼ਲੋਕ ਸ਼ੇਖ ਫਰੀਦ ਕੇ। ਸ਼ੇਖ ਬਿਰਧ ਜਾਤੀ ਦਾ ਨਾਮ ਹੈ, ਫਰੀਦ ਉਹਨਾਂ ਦਾ ਨਾਮ ਸੀ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੇ ਉੱਤਰਾਧਿਕਾਰੀ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ, ਹੋਰ ਸੰਪਰਦਾਇ ਪਿੰਡਰਾਂ ਦਮਦਮੀ ਟਕਸਾਲ ਦੇ ਮਹਾਂਪੁਰਖ ਗੁਣੀ ਜਨ ਇਹ ਵੀ ਕਹਿੰਦੇ ਨੇ ਵੀ ਜਿਹੜਾ ਇੱਕ ਫਰੀਦ ਪਹਿਲਾਂ ਹੋਇਆ, ਜਿਹੜਾ ਉਹਨਾਂ ਦੀ ਗੱਦੀ 'ਤੇ ਬੈਠਾ ਸੀ ਸ਼ੇਖ ਇਬਰਾਹੀਮ, ਉਹ ਬਾਬਾ ਫਰੀਦ ਜੀ ਦਾ ਪੋਤਾ ਚੇਲਾ ਸੀ। ਇਹ ਜਿਹੜੀ ਬਾਣੀ ਹੈ ਇਹ ਸ਼ੇਖ ਇਬਰਾਹੀਮ ਦੀ ਹੀ ਹੈ। ਐਸਾ ਵੀ ਮਹਾਂਪੁਰਖਾਂ ਨੇ ਇਹ ਨਿਰਣਾ ਕੀਤਾ ਹੈ ਬਈ ਇਹ ਸ਼ੇਖ ਇਬਰਾਹੀਮ ਦੀ ਹੀ ਬਾਣੀ ਸੀ, ਜਿਸ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਢੰਗ ਦੇ ਨਾਲ ਇਹ ਬਾਣੀ ਗੁਰੂ ਘਰ ਦੇ ਵਿੱਚ ਆਈ। ਹੁਣ ਇਹ ਵੀ ਸ਼ਲੋਕ ਨੇ। ਸ਼ਲੋਕ ਕਾਵ ਰਚਨਾ ਵਿਸ਼ਾਂ ਦਾ ਨਾਮ ਹੈ ਅਤੇ ਬਾਬਾ ਫਰੀਦ ਜੀ ਭਾਵੇਂ ਪਾਕਪਟਨ ਵਿੱਚ ਰਹੇ ਪਰ ਪੰਜਾਬ ਦੀ ਧਰਤੀ 'ਤੇ ਵੀ ਆਉਂਦੇ ਸਨ। ਇੱਥੇ ਵੀ ਉਹਨਾਂ ਦੇ ਮੁਰੀਦ ਸਨ।
ਫਰੀਦਕੋਟ ਦੇ ਵਿੱਚ ਬਾਬਾ ਫਰੀਦ ਜੀ ਦਾ ਅਸਥਾਨ ਬਣਿਆ ਹੋਇਆ ਹੈ ਅਤੇ ਉਸ ਦੇ ਨੇੜੇ ਇੱਕ ਉਹਨਾਂ ਦਾ ਅਸਥਾਨ ਗੁਰਦੁਆਰਾ ਗੋਦੜੀ ਸਾਹਿਬ ਬਣਿਆ ਹੋਇਆ ਹੈ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਬਾਬਾ ਫਰੀਦ ਜੀ ਪੰਜਾਬ ਦੇ ਵਿੱਚ ਵੀ ਚੱਕਰ ਲਾਉਂਦੇ ਰਹਿੰਦੇ ਸਨ। ਇੱਥੇ ਵੀ ਹੋ ਸਕਦਾ ਗੁਰੂ ਮਹਾਰਾਜ ਦੇ ਦਰਸ਼ਨ ਹੁੰਦੇ ਹੋਣ। ਸੋ ਰਹੋ ਵਿਚਾਰ। ਸ਼ਲੋਕ ਸ਼ੇਖ ਫਰੀਦ ਕੇ ਅੱਗੇ ਮੰਗਲਾਚਰਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਹੁਣ ਅੱਗੇ ਭਗਤ ਜੀ ਨੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕੀਤਾ ਪਹਿਲੇ ਸ਼ਲੋਕ ਦੇ ਅੰਦਰ। ਜਿਹੜੇ ਸਿਆਣੇ ਪੁਰਸ਼ ਨੇ ਉਹ ਕਹਿੰਦੇ ਨੇ 3 ਪ੍ਰਕਾਰ ਦੇ ਵਿਆਹ ਹੁੰਦੇ ਨੇ। 3 ਪ੍ਰਕਾਰ ਦੇ ਵਿਆਹ ਕਿਹੜੇ ਨੇ? ਇੱਕ ਤਾਂ ਸਮਾਜਿਕ ਵਿਆਹ ਹੁੰਦਾ ਹੈ, ਜਿਸ ਦੇ ਵਿੱਚ ਮਾਤਾ ਪਿਤਾ, ਰਿਸ਼ਤੇਦਾਰ, ਮਿੱਤਰ ਦੋਸਤ ਇਕੱਠੇ ਹੋ ਕੇ ਉਸ ਰਸਮ ਨੂੰ ਸੰਪੂਰਨ ਕਰਦੇ ਹਨ। ਇਹ ਇੱਕ ਦੁਨਿਆਵੀ ਵਿਆਹ ਹੈ। ਦੂਸਰਾ ਵਿਆਹ, ਜਿਸ ਨੂੰ ਦੈਵੀ ਵਿਆਹ ਜਾਂ ਅਧਿਆਤਮਕ ਆਨੰਦ ਕਾਰਜ ਵੀ ਉਹਨੂੰ ਕਹਿ ਸਕਦੇ ਹਾਂ, ਉਹ ਹੈ ਜੀਵ ਇਸਤਰੀ ਹੈ, ਇਹਦਾ ਪਤੀ ਅਕਾਲ ਪੁਰਖ ਹੈ। ਇਸ ਜੀਵ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ। ਇਹੀ ਸਾਡੇ ਜੀਵਨ ਦਾ ਮਨੋਰਥ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਬਰ ਕਾਜ ਤੇਰਾ ਕਿਤਾ ਨ ਕਾਮ, ਮਿਲ ਸਾਧ ਸੰਗਤ ਪਾਜ ਕੇਵਲ ਨਾਮ। ਤੀਜਾ ਵਿਆਹ ਹੈ ਕਾਲ ਦੇ ਨਾਲ। ਜਿਹੜਾ ਤੀਜਾ ਵਿਆਹ ਹੈ ਉਹਦੇ ਬਾਰੇ ਭਗਤ ਬਾਬਾ ਫਰੀਦ ਜੀ ਨੇ ਇਸ ਸ਼ਲੋਕ ਵਿੱਚ ਜ਼ਿਕਰ ਕੀਤਾ ਹੈ। ਸਾਡੀ ਜਿੰਦ ਇੱਕ ਇਸਤਰੀ ਹੈ ਅਤੇ ਇਹਨੂੰ ਕਾਲ ਪ੍ਰਣਾ ਕੇ ਲੈ ਜਾਂਦਾ। ਮੌਤ ਇਸਤਰੀ ਲਿੰਗ ਹੈ, ਇਸ ਲਈ ਕਾਲ ਪੁਲਿੰਗ ਸ਼ਬਦ ਹੈ। ਕਾਲ ਨੂੰ ਇਸ ਦਾ ਪਤੀ ਆਖਿਆ। ਇਹ ਦਿਨ ਵੀ ਸਾਰਿਆਂ 'ਤੇ ਆਉਂਦਾ। ਲੋ ਭਗਤ ਜੀ ਉਸ ਮੌਤ ਦੇ ਦਿਨ ਨੂੰ ਵਿਆਹ ਦੇ ਦਿਨ ਦੇ ਨਾਲ ਤਸ਼ਬੀਹ ਦਿੰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਉਹਨਾਂ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਤ ਦਿਹਾੜੈ ਧਨਵਰੀ, ਫਾਹੇ ਲਏ ਲਿਖਾਏ। ਬਾਬਾ ਫਰੀਦ ਜੀ ਫਰਮਾਉਂਦੇ ਹਨ, ਜਿਤ ਦਿਹਾੜੈ ਧਨਵਰੀ। ਜਿਸ ਦਿਨ ਧਨ ਦਾ ਅਰਥ ਹੈ ਇਸਤਰੀ, ਵਰੀ ਦਾ ਅਰਥ ਹੈ ਵਿਆਹੀ ਜਾਵੇਗੀ। ਸਾਹੇ ਲਏ ਲਿਖਾਏ, ਸਾਹੇ ਤੋਂ ਭਾਵ ਹੈ ਜਿਹੜਾ ਵਿਆਹ ਦਾ ਦਿਨ ਮੁਕਰਰ ਕੀਤਾ। ਇਹ ਇੱਕ ਰਿਵਾਜ ਸੀ। ਵਿਆਹ ਦਾ ਦਿਨ ਨੀਅਤ ਕਰਕੇ ਇੱਕ ਚਿੱਠੀ ਲਿਖ ਕੇ ਕਿਸੇ ਲਾਗੀ ਦੇ ਹੱਥ ਜਿਹੜਾ ਪਤੀ ਹੁੰਦਾ ਸੀ, ਲਾੜਾ ਹੁੰਦਾ ਸੀ, ਉਹਦੇ ਘਰ ਭੇਜੀ ਜਾਂਦੀ ਸੀ। ਕਹਿੰਦੇ ਹੁਣ ਸਾਹੇ ਦੀ ਚਿੱਠੀ ਆ ਗਈ ਹੈ। ਕੁਝ ਇਲਾਕਿਆਂ ਵਿੱਚ ਹੁਣ ਵੀ ਇਹ ਰਿਵਾਜ ਚੱਲ ਰਹੇ ਨੇ ਵੀ ਸਾਹੇ ਦੀ ਚਿੱਠੀ ਆ ਗਈ, ਵਿਆਹ ਮੁਕਰਰ ਹੋ ਗਿਆ। ਲੋ ਭਗਤ ਜੀ ਕਹਿੰਦੇ ਨੇ ਜਿਸ ਦਿਨ ਧਨ ਸਾਡੀ ਜਿੰਦ ਨੇ ਵਰਿਆ ਜਾਣਾ ਸੀ, ਕਾਲ ਰੂਪੀ ਪਤੀ ਨਾਲ ਵਿਆਹਿਆ ਜਾਣਾ ਸੀ, ਸਾਹੇ ਲਏ ਲਿਖਾਏ। ਉਹ ਸਾਹੇ ਦੇ ਦਿਨ ਨੂੰ ਅਸੀਂ ਪਹਿਲਾਂ ਲਿਖਵਾ ਕੇ ਆਏ ਹਾਂ। ਇੱਕ ਥਾਂ 'ਤੇ ਸਤਿਗੁਰੂ ਦੇ ਬਚਨ ਆਉਂਦੇ ਨੇ, ਮਰਨ ਲਿਖਾਏ ਮੰਡਲ ਮਹਿ ਆਏ, ਕਿਉਂ ਰਹੀਐ ਚੱਲਣਾ ਪਰਥਾਏ। ਅਸੀਂ ਆਪਣਾ ਮਰਨਾ ਲਿਖਾ ਕੇ ਦੁਨੀਆ ਵਿੱਚ ਆਏ ਹਾਂ। ਗਣ ਕਾਲੇ ਸਭ ਦਿਵਸ ਸਾਸ ਨੇ ਵੱਢਣ ਕਟਣ ਤਿਲ ਸਾਰ।
ਜਿੰਨੇ ਸਵਾਸ ਲੈਣੇ ਨੇ, ਜਿੰਨੇ ਸਾਲ ਜਿਉਣਾ ਹੈ, ਜਿੰਨੇ ਮਹੀਨੇ, ਜਿੰਨੇ ਦਿਨ, ਜਿੰਨੇ ਪਹਿਰ, ਜਿੰਨੇ ਘੜੀਆਂ, ਜਿੰਨੇ ਪਲ ਅਸੀਂ ਜ਼ਿੰਦਗੀ ਜਿਉਣੀ ਹੈ, ਉਹ ਸਭ ਕੁਝ ਪਹਿਲਾਂ ਲਿਖਿਆ ਹੋਇਆ ਹੈ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਜਿਸ ਦਿਨ ਅਸੀਂ ਇਸ ਜਿੰਦ ਨੂੰ ਵਰਿਆ ਸੀ ਤੇ ਉਸੇ ਦਿਨ ਤੋਂ ਉਹ ਸਾਹੇ ਦੇ ਦਿਨ, ਮੌਤ ਦੇ ਦਿਨ ਅਸੀਂ ਲਿਖਵਾ ਕੇ ਆਏ ਹਾਂ। ਮਾਲਕ ਜੇ ਕੰਨੀ ਸੁਣੀ ਦਾ, ਮੂੰਹੋਂ ਦੇ ਖਾਲੇ ਆਏ। ਜਿਵੇਂ ਜਦੋਂ ਸਾਹੇ ਦੀ ਚਿੱਠੀ ਲਾੜੇ ਦੇ ਘਰ ਪਹੁੰਚ ਜਾਂਦੀ ਹੈ, ਫਿਰ ਉਹ ਲਾੜਾ ਬਰਾਤ ਲੈ ਕੇ ਢੁਕਦਾ। ਬਾਬਾ ਫਰੀਦ ਜੀ ਕਹਿੰਦੇ ਨੇ, ਮਾਲਕ ਜੇ ਕੰਨੀ ਸੁਣੀ ਦਾ, ਮਾਲਕ ਤੋਂ ਭਾਵ ਹੈ ਮਾਲਕ ਪਤੀ, ਉਹ ਲਾੜਾ ਜਿਹੜਾ ਆਪਣੇ ਕੰਨਾਂ ਵਿੱਚ ਪਹਿਲਾਂ ਸੁਣੀਦਾ ਸੀ। ਕਿਉਂ? ਵਿਆਹ ਤੋਂ ਪਹਿਲਾਂ ਤੇ ਲਾੜਾ ਇਸਤਰੀ ਦੇ ਘਰੇ ਆ ਨਹੀਂ ਸੀ ਸਕਦਾ, ਪਰ ਜਦੋਂ ਵਿਆਹ ਹੋਣਾ ਹੁੰਦਾ ਹੈ, ਫਿਰ ਉਹੀ ਲਾੜਾ ਬਣ ਕੇ ਸਹੁਰੇ ਘਰ ਢੁਕਦਾ ਹੈ। ਉਹਦਾ ਉੱਥੇ ਉਹਨੂੰ ਮਾਲਕ ਸ਼ਬਦ ਦੇ ਨਾਲ ਸੰਬੋਧਨ ਕੀਤਾ ਹੈ। ਉਹ ਮਾਲਕ ਲਾੜਾ ਜਿਹੜਾ ਕੰਨੀ ਸੁਣੀਦਾ ਸੀ, ਮੂੰਹ ਦੇ ਖਾਲੇ ਆਏ, ਉਹ ਆ ਕੇ ਆਪਣਾ ਮੂੰਹ ਦਿਖਾਉਂਦਾ। ਭਾਵ ਵਿਆਹ ਵਾਲੇ ਦਿਨ ਲਾੜਾ ਆ ਕੇ ਢੁਕਦਾ ਤੇ ਫਿਰ ਉਹ ਆ ਕੇ ਸਾਰਿਆਂ ਨੂੰ ਆਪਣਾ ਮੂੰਹ ਦਿਖਾਉਂਦਾ ਹੈ। ਜਿੰਦ ਨਿਮਾਣੀ ਕੱਢੀਐ, ਹੱਡਾ ਕੂਕੜ ਕਾਏ। ਅੰਤਰੀ ਭਾਵ ਇਹ ਹੈ, ਜਿਤ ਦਿਹਾੜਾ ਧਨ ਵਰੀ, ਜਿਸ ਦਿਨ ਤਨ ਸਾਡੀ ਜਿੰਦ, ਵਰੀ ਦਾ ਅਰਥ ਹੈ ਸਾਡੇ ਸਰੀਰ ਵਿੱਚ ਵੜੀ ਪ੍ਰਵੇਸ਼ ਹੋਈ। ਭਾਵ ਜਦੋਂ ਰੂਹ ਤੇ ਜਿਸਮ ਦਾ ਸੰਜੋਗ ਹੋਇਆ, ਸਾਡੇ ਸਰੀਰ ਵਿੱਚ ਰੂਹ ਪ੍ਰਵੇਸ਼ ਹੋਈ। ਜਿਹੜਾ ਸਨਾਤਨ ਧਰਮ ਹੈ, ਉਹਦੇ ਵਿੱਚ ਇਹ ਮੰਨਿਆ ਗਿਆ ਹੈ ਵੀ ਜਦੋਂ ਮਾਤਾ ਪਿਤਾ ਦਾ ਸੰਜੋਗ ਹੁੰਦਾ ਹੈ, ਉਸ ਵੇਲੇ ਬੀਰਜ ਦੁਆਰਾ ਉਹ ਰੂਹ ਮਾਤਾ ਦੇ ਗਰਭ ਦੇ ਵਿੱਚ ਪ੍ਰਵੇਸ਼ ਕਰਦੀ ਹੈ। ਮੁਸਲਮਾਨੀ ਮਤ ਅਨੁਸਾਰ 6 ਮਹੀਨਿਆਂ ਦੇ ਵਿੱਚ ਜਦੋਂ ਸਾਡਾ ਸਰੀਰ ਦਾ ਢਾਂਚਾ ਤਿਆਰ ਹੋ ਜਾਂਦਾ ਹੈ, ਫਿਰ ਉਸ ਤੋਂ ਬਾਅਦ ਉਸ ਪਿੰਜਰ ਵਿੱਚ, ਸਰੀਰ ਵਿੱਚ ਜਾ ਕੇ ਰੂਹ ਪ੍ਰਵੇਸ਼ ਕਰਦੀ ਹੈ। ਇਹ ਵੱਖੋ ਵੱਖਰਾ ਉਹਨਾਂ ਦਾ ਵਿਚਾਰ ਹੈ। ਸੋ ਰਹੋ ਵਿਚਾਰ। ਹੁਣ ਉਹ ਜਦੋਂ ਸਾਡੀ ਜਿੰਦ ਸਰੀਰ ਵਿੱਚ ਪ੍ਰਵੇਸ਼ ਹੁੰਦੀ ਹੈ, ਉਸ ਦਿਨ ਤੋਂ ਹੀ ਮਰਨ ਦਾ ਦਿਨ ਲਿਖਿਆ ਜਾਂਦਾ ਹੈ। ਅਸੀਂ ਖੁਦ ਲਿਖਵਾ ਕੇ ਆਉਂਦੇ ਹਾਂ। ਅਤੇ ਜਦੋਂ ਫਿਰ ਉਹ ਦਿਨ ਆ ਜਾਂਦਾ ਹੈ, ਮਲਕ ਜੇ ਕੰਨੀ ਸੁਣੀ ਦਾ, ਜਿਹੜਾ ਜਿੰਦ ਨੂੰ ਪ੍ਰਣਾ ਕੇ ਲਿਜਾਣ ਵਾਲਾ ਕਾਲ ਰੂਪੀ ਪਤੀ ਹੈ। ਮਲਕ ਤੋਂ ਭਾਵ ਹੈ ਮੌਤ ਦਾ ਫਰਿਸ਼ਤਾ, ਜਿਹੜਾ ਕੰਨੀ ਸੁਣੀ ਦਾ ਸੀ, ਮੂੰਹ ਦੇ ਖਾਲੇ ਆਏ, ਉਹ ਆ ਕੇ ਆਪਣਾ ਮੂੰਹ ਦਿਖਾਉਂਦਾ ਹੈ। ਭਾਵ ਜਦੋਂ ਆਉਂਦਾ ਸਮਾਂ ਆਉਂਦਾ ਹੈ, ਉਸ ਵੇਲੇ ਇਜ਼ਰਾਈਲ ਫਰਿਸ਼ਤਾ, ਮੁਸਲਮਾਨਾਂ ਨੇ 4 ਮੌਤ ਦੇ ਫਰਿਸ਼ਤੇ ਮੰਨੇ ਨੇ, ਅਤੇ ਉਹ ਇਜ਼ਰਾਈਲ ਫਰਿਸ਼ਤਾ ਉਹ ਆ ਕੇ ਆਪਣਾ ਮੂੰਹ ਦਿਖਾਉਂਦਾ ਹੈ। ਜਿੰਦ ਨਿਮਾਣੀ ਕੱਢੀਐ, ਹੱਡਾਂ ਕੂਕੜ ਕਾਏ। ਫਿਰ ਉਹ ਜਿਹੜਾ ਮਾਲਕ ਮੌਤ ਦਾ ਫਰਿਸ਼ਤਾ ਹੈ ਅਥਵਾ ਕਾਲ ਰੂਪੀ ਲਾੜਾ ਹੈ, ਉਹ ਕਿਵੇਂ ਸਾਡੀ ਜਿੰਦ ਨੂੰ ਕੱਢ ਕੇ ਲਿਜਾਂਦਾ ਹੈ, ਉਹਦੇ ਬਾਰੇ ਬਾਬਾ ਫਰੀਦ ਜੀ ਜ਼ਿਕਰ ਕਰਦੇ ਹਨ। ਜਿੰਦ ਨਿਮਾਣੀ ਕੱਢੀਐ, ਹੱਡਾਂ ਕੂ ਕੜਕਾਏ। ਅਤੇ ਉਹ ਸਾਡੀ ਨਿਮਾਣੀ ਵਿਚਾਰੀ ਜਿੰਦ ਨੂੰ ਸਰੀਰ ਵਿੱਚੋਂ ਬਾਹਰ ਕੱਢਦਾ ਹੈ। ਕਿਵੇਂ ਕੱਢਦਾ ਹੈ? ਹੱਡਾਂ ਕੂ ਕੜਕਾਏ। ਐਨ ਚੰਗੀ ਤਰ੍ਹਾਂ ਹੱਡਾਂ ਨੂੰ ਭੰਨ ਕੇ, ਤੋੜ ਕੇ, ਐਨ ਹੱਡਾਂ ਨੂੰ ਕੜਕਾ ਕੇ, ਤੋੜ ਕੇ, ਭੰਨ ਕੇ ਸਾਡੀ ਜਿੰਦ ਨੂੰ ਕੱਢ ਕੇ ਲੈ ਜਾਂਦਾ। ਇਹਦਾ ਮਤਲਬ ਇਹ ਹੈ, ਜਦੋਂ ਮੌਤ ਆਉਂਦੀ ਹੈ, ਉਸ ਵੇਲੇ ਸਾਡੇ ਸਾਰੇ ਸਰੀਰ ਦੇ ਅੰਗ ਨਿਸ਼ਕਿਰਿਆ ਹੋ ਜਾਂਦੇ ਨੇ, ਕੁੰਡ ਮੁੜ ਜਾਂਦੇ ਨੇ। ਜਾਂ ਦੂਜਾ ਭਾਵ ਇਹਦੇ ਵਿੱਚ ਇਹ ਵੀ ਹੈ, ਮੌਤ ਦਾ ਫਰਿਸ਼ਤਾ ਜਮ,
ਉਹ ਬੜਾ ਡਾਢਾ ਹੈ, ਬੜਾ ਜ਼ਾਲਮ ਹੈ। ਉਹ ਜਦੋਂ ਸਾਡੀ ਨਿਮਾਣੀ ਜਿੰਦ ਨੂੰ ਕੱਢ ਕੇ ਲਿਜਾਂਦਾ ਹੈ ਨਾ, ਤੇ ਸਾਡੇ ਸਰੀਰ ਨੂੰ ਡੰਡਿਆਂ ਨਾਲ, ਸੋਟਿਆਂ ਦੇ ਨਾਲ ਭੰਨ ਕੇ, ਹੱਡਾਂ ਨੂੰ ਕੜਕਾ ਕੇ ਸਾਡੀ ਜਿੰਦ ਨੂੰ ਕੱਢ ਕੇ ਲੈ ਜਾਂਦਾ ਹੈ। ਜਿਵੇਂ ਆ ਚੋਰ ਤੇ ਡਾਕੂ ਕਿਸੇ ਰਾਹੀ ਨੂੰ ਲੁੱਟਦੇ ਮਾਰਦੇ ਨੇ, ਬੜੀ ਜ਼ਾਲਮ ਬਿਰਤੀ ਦੇ ਨਾਲ ਉਹ ਜੰਮ ਸਾਨੂੰ ਮਾਰ ਕੇ ਜਿੰਦ ਨੂੰ ਕੱਢ ਕੇ ਲੈ ਜਾਂਦਾ ਹੈ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੂ ਸਮਝਾਏ। ਬਾਬਾ ਫਰੀਦ ਜੀ ਕਹਿੰਦੇ ਨੇ ਜਿੰਦ ਨੂੰ ਇਹ ਗੱਲ ਸਮਝਾਉਣੀ ਚਾਹੀਦੀ ਹੈ। ਸਾਹੇ ਲਿਖੇ ਨਾ ਚੱਲਣੀ, ਜਿਹੜੇ ਮੌਤ ਦੇ ਸਾਹੇ ਦੇ ਦਿਨ ਲਿਖੇ ਨੇ ਨਾ, ਉਹ ਕਦੀ ਟਲਦੇ ਨਹੀਂ। ਜਿਵੇਂ ਵਿਆਹ ਦਾ ਦਿਨ ਵੀ ਆਪਾਂ ਬਦਲਦੇ ਨਹੀਂ ਨਾ ਛੇਤੀ ਕੀਤੇ, ਇਸੇ ਤਰ੍ਹਾਂ ਜਦੋਂ ਮੌਤ ਦੇ ਨਾਲ ਸਾਡਾ ਵਿਆਹ ਹੁੰਦਾ ਹੈ, ਸਾਡੀ ਜਿੰਦ ਕਾਲ ਰੂਪੀ ਲਾੜੇ ਦੇ ਨਾਲ ਵਰੀ ਜਾਂਦੀ ਹੈ। ਉਹ ਸਾਹੇ ਦੇ ਦਿਨ ਕਦੀ ਟਲਦੇ ਨਹੀਂ। ਇਹ ਗੱਲ ਸਾਡੀ ਜਿੰਦ ਨੂੰ ਸਮਝਾਉਣੀ ਚਾਹੀਦੀ ਹੈ। ਜਿੰਦ ਵਹੁਟੀ ਮਾਰਨ ਵਰ, ਲੈ ਜਾਸੀ ਪਰਣਾਏ। ਹੁਣ ਇੱਥੇ ਬਾਬਾ ਫਰੀਦ ਜੀ ਸਪਸ਼ਟ ਕਰਦੇ ਨੇ ਵਹੁਟੀ ਕੌਣ ਹੈ। ਜਿੰਦ ਸਾਡੀ ਵਹੁਟੀ ਹੈ, ਤੇ ਮਰਨ ਵਰ, ਮਰਨ ਇੱਥੇ ਪੁਲਿੰਗ ਸ਼ਬਦ ਵਰਤਿਆ ਹੈ। ਮਰਨਾ ਕਾਲ, ਇਹ ਉਸਦਾ ਵਰ ਪਤੀ ਹੈ। ਲੈ ਜਾਸੀ ਪਰਣਾਏ, ਉਹ ਇਸ ਜਿੰਦ ਨੂੰ ਪਰਣਾ ਕੇ ਅੱਗੇ ਪ੍ਰਲੋਕ ਨੂੰ ਲੈ ਜਾਂਦਾ ਹੈ। ਆਹ ਸੰਸਾਰ ਪੇਕਾ ਘਰ ਹੈ, ਤੇ ਜਿਹੜਾ ਕਾਲ ਰੂਪੀ ਪਤੀ ਹੈ, ਉਸ ਜਿੰਦ ਨੂੰ ਪਰਣਾ ਕੇ ਵਿਆਹ ਕੇ ਪ੍ਰਲੋਕ ਵਿੱਚ ਲੈ ਜਾਂਦਾ ਹੈ। ਆਪਣ ਹੱਥੀ ਜੋਲ ਕੈ ਗਲ ਲੱਗੈ ਧਾਏ। ਲਓ ਹੁਣ ਜਿਹੜਾ ਸਾਡਾ ਸਰੀਰ ਹੈ, ਆਪਣੇ ਹੱਥੀਂ ਜਿੰਦ ਨੂੰ ਤੋੜ ਕੇ, ਹੁਣ ਜਿੰਦ ਤਾਂ ਚਲੀ ਗਈ, ਪੌਰ ਉਡਾਰੀ ਮਰ ਗਿਆ, ਹੁਣ ਕਿਹਦੇ ਧਾ ਕੇ ਕਿਹਦੇ ਗਲ ਲੱਗੇਗਾ। ਭਾਵ ਜਦੋਂ ਜਿੰਦ ਉਡਾਰੀ ਮਾਰ ਜਾਂਦੀ ਹੈ ਤੇ ਸਾਡਾ ਸਰੀਰ ਖਾਕ ਦੀ ਢੇਰੀ ਬਣ ਜਾਂਦਾ ਹੈ, ਨਿਸ਼ਕਿਰਿਆ ਹੋ ਜਾਂਦਾ ਹੈ, ਇਹਨੂੰ ਧਰਤੀ ਵਿੱਚ ਦਫਨਾ ਦਿੱਤਾ ਜਾਂਦਾ ਹੈ। ਵਾਲਹੁ ਨਿੱਕੀ ਪੁਰ ਫਲਾਤ, ਕੰਨੀ ਨਾ ਸੁਣੀ ਆਏ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਸਾਡੀ ਜਿੰਦ ਨੂੰ ਵੀ ਤੂੰ ਉਹ ਗੱਲ ਆਪਣੇ ਕੰਨੀ ਨਹੀਂ ਸੁਣੀ। ਕਿਹੜੀ ਗੱਲ? ਵਾਲੋਂ ਨਿੱਕੀ ਪੁਰ ਸਲਾਤ, ਵੀ ਜਿਹੜੀ ਦਰਗਾਹ ਦੇ ਵਿੱਚ, ਪ੍ਰਲੋਕ ਦੇ ਰਸਤੇ ਦੇ ਵਿੱਚ ਇੱਕ ਐਸੀ ਨਦੀ ਹੈ ਜਿਹਨੂੰ ਹਿੰਦੂ ਸ਼ਾਸਤਰਾਂ ਦੇ ਵਿੱਚ ਬੈਤਰਨੀ ਨਦੀ ਲਿਖਿਆ ਹੈ। ਉਹ ਪੂੰ ਲਹੂ ਪਾਕ ਦੀ ਭਰੀ ਹੋਈ ਵਗਦੀ ਹੈ, ਤੇ ਇਧਰ ਮੁਸਲਮਾਨੀ ਮੱਤ ਵਿੱਚ ਉਹਦਾ ਨਾਮ ਪੋਲ ਸਰਾਤ ਹੈ। ਪਰ ਇੱਥੇ ਪੁਰ ਸਲਾਤ ਭਗਤ ਜੀ ਨੇ ਲਿਖਿਆ ਹੈ ਵੀ ਉਹ ਦੁੱਖਾਂ ਦੀ ਬੜੀ ਦੁਖਦਾਈ ਨਦੀ ਦਾ ਪੁਲ, ਉਹ ਸਾਨੂੰ ਪਾਰ ਕਰਨਾ ਪੈਂਦਾ। ਪੁਰ ਸਲਾਤ, ਤੇ ਜਿਹੜਾ ਉਸ ਸਲਾਤ ਨਦੀ ਦਾ ਪੁਲ ਹੈ ਉਹ ਵਾਲ ਨਾਲੋਂ ਵੀ ਬਹੁਤ ਬਾਰੀਕ ਹੈ। ਵਾਲੋਂ ਨਿੱਕੀ, ਉਹ ਵਾਲ ਦੇ ਨਾਲੋਂ ਵੀ ਬਹੁਤ ਮਹੀਨ ਹੈ, ਬਹੁਤ ਬਾਰੀਕ ਹੈ। ਉਸ ਪੁਰ ਸਲਾਤ ਦੇ ਰਸਤੇ ਵਿੱਚੋਂ ਦੀ ਸਾਨੂੰ ਜਾਣਾ ਪਵੇਗਾ। ਵਾਲੋਂ ਨਿੱਕੀ ਪੁਰ ਸਲਾਤ, ਸਹੀ ਲਫ਼ਜ਼ ਉੱਥੇ ਪੁਲ ਸਰਾਤ ਲਿਖਿਆ, ਪਰ ਇਹ ਜਿਹੜੇ ਸ਼ਬਦ ਨੇ ਨਾ, ਵੀ ਜਦੋਂ ਦੂਸਰੀ ਭਾਸ਼ਾ ਵਿੱਚ ਆਉਂਦੇ ਨੇ ਫਿਰ ਇਹਨਾਂ ਦਾ ਥੋੜ੍ਹਾ ਜਿਹਾ ਰੂਪ ਬਦਲ ਜਾਂਦਾ ਹੈ। ਜਿਹੜੇ ਸਿਆਣੇ ਵਿਦਵਾਨ ਨੇ, ਭਾਸ਼ਾ ਦੇ ਵਾਕਫ ਨੇ, ਉਹ ਕਹਿੰਦੇ ਨੇ 3 ਪ੍ਰਕਾਰ ਦੇ ਸ਼ਬਦ ਹੁੰਦੇ ਨੇ। ਤਤ ਸਮ ਸ਼ਬਦ ਹੁੰਦੇ ਨੇ, ਦੂਸਰੇ ਤਦ ਭਾਵ ਸ਼ਬਦ ਹੁੰਦੇ ਨੇ, ਤੀਸਰੇ ਅਪਭ੍ਰੰਸ਼ ਸ਼ਬਦ ਹੁੰਦੇ ਨੇ। ਤਤ ਸਮ ਸ਼ਬਦ ਉਹ ਹੁੰਦੇ ਨੇ ਜਿਹੜੀ ਬੋਲੀ ਦੇ ਉਹ ਸ਼ਬਦ ਨੇ ਹੂਬਹੂ ਉਸੇ ਤਰ੍ਹਾਂ ਹੀ ਦੂਸਰੀ ਬੋਲੀ ਵਿੱਚ ਬੋਲੇ ਜਾਣ। ਤਤ ਸਮ ਉਹਦੇ ਵਰਗੀ, ਉਹ ਤਤ ਸਮ ਸ਼ਬਦ ਹੁੰਦੇ ਨੇ। ਤਦ ਭਾਵ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਦੇ ਕੁਝ ਅੱਖਰ ਰਲਵੇਂ ਮਿਲਵੇਂ ਜਿਹੇ ਹੋ ਜਾਣ। ਜਿਵੇਂ ਪੁਲ ਸਰਾਤ ਤੋਂ ਪੁਰ ਸਲਾਤ ਇੱਥੇ ਬਣਿਆ ਹੋਇਆ, ਇਹ ਤਦ ਭਾਵ ਸ਼ਬਦ ਬਣਿਆ ਹੋਇਆ। ਅਪਭ੍ਰੰਸ਼ ਜਿਹੜੇ ਬਿਲਕੁਲ ਹੀ ਜਿਨ੍ਹਾਂ ਦਾ ਰੂਪ ਬਦਲੀ ਜਾਵੇ ਉਹਨੂੰ ਅਪਭ੍ਰੰਸ਼ ਕਹਿੰਦੇ ਨੇ, ਕੁਛ ਵੀ ਨਾ ਮਿਲੇ। ਲਓ ਇੱਥੇ ਭਗਤ ਜੀ ਨੇ ਤਦ ਭਾਵ ਸ਼ਬਦ ਵਰਤਿਆ। ਮਹਾਂਪੁਰਖ ਦੱਸਦੇ ਸਨ ਜਿਹੜਾ ਫਾਰਸੀ ਤੇ ਅਰਬੀ ਦੇ ਵਿੱਚ
ਉਸ ਨਦੀ ਦਾ ਨਾਮ ਸਲਾਤਲ ਮੁਸਤਕੀਮ ਨਾਮ ਲਿਖਿਆ ਹੋਇਆ। ਸਲਾਤਲ ਮੁਸਤਕੀਮ, ਉਹਨੂੰ ਇੱਥੇ ਪੁਰਸਲਾਤ ਦਾ ਨਾਮ ਦਿੱਤਾ ਹੈ। ਬਾਬਾ ਫਰੀਦ ਜੀ ਫਰਮਾਉਂਦੇ ਨੇ ਉਹ ਜਿਹੜੀ ਸਲਾਤਲ ਮੁਸਤਕੀਮ ਦਰਗਾਹੀ ਨਦੀ ਹੈ ਉਹ ਵਾਲ ਨਾਲੋਂ ਵੀ ਨਿੱਕੀ ਹੈ ਤੇ ਉਹਦੇ ਵਿੱਚੋਂ ਦੀ ਸਾਨੂੰ ਲੰਘਣਾ ਪਵੇਗਾ। ਕੰਨੀ ਨਾ ਸੁਣੀ ਆਏ, ਤੇ ਇਹਦੇ ਬਾਰੇ ਤੂੰ ਕਦੇ ਕੰਨੀ ਸੁਣਿਆ ਨਹੀਂ। ਸੁਣਿਆ ਤੇ ਹੈ ਪਰ ਅਸੀਂ ਇਸ ਉੱਤੇ ਯਕੀਨ ਨਹੀਂ ਕੀਤਾ। ਫਰੀਦਾ ਕੀੜੀ ਪਵੰਦੀ, ਖੜਾ ਨਾ ਆਪ ਮੁਹਾਏ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਉਸ ਸਲਾਤਲ ਮੁਸਤਕੀਮ ਅਥਵਾ ਬੈਤਰਨੀ ਦੀ ਨਦੀ ਤੇ ਬੜੀਆਂ ਬੜੀਆਂ ਉੱਚੀ ਆਵਾਜ਼ਾਂ ਪੈ ਰਹੀਆਂ ਨੇ। ਕੀੜੀ ਦਾ ਅਰਥ ਹੈ ਆਵਾਜ਼, ਵੀ ਬੜੀਆਂ ਬੜੀਆਂ ਆਵਾਜ਼ਾਂ ਪੈ ਰਹੀਆਂ ਨੇ। ਰਿਸ਼ੀ ਮੁਨੀ ਸੰਤ ਮਹਾਤਮਾ ਰਹਿਬਰ ਅਵਤਾਰ ਉੱਚੀ ਉੱਚੀ ਬੋਲ ਕੇ ਸਾਨੂੰ ਦੱਸ ਰਹੇ ਨੇ, ਭਾਈ ਮਾੜੇ ਕੰਮ ਨਾ ਕਰੋ, ਅੱਗੇ ਤੁਹਾਨੂੰ ਬੈਤਰਨੀ ਨਦੀ ਵਿੱਚੋਂ ਲੰਘਣਾ ਪਵੇਗਾ। ਖੜਾ ਨਾ ਆਪ ਮੁਹਾਏ, ਇੱਥੇ ਖੜੇ ਪਾਏ ਲੁੱਟੇ ਨਾ ਜਾਇਓ। ਤੁਸੀਂ ਪਹਿਲਾਂ ਕੁਝ ਨਾ ਕੁਝ ਪ੍ਰਬੰਧ ਕਰ ਲਵੋ। ਮਰਨ ਤੋਂ ਪਹਿਲਾਂ, ਜਾਣ ਤੋਂ ਪਹਿਲਾਂ ਸਾਨੂੰ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਫਰੀਦਾ ਦਰ ਦਰ ਵੇਸੀ ਗਾਖੜੀ, ਚੱਲਾਂ ਦੁਨੀਆ ਭੱਤ। ਲੋ ਇੱਕ ਵਾਰੀ ਬਾਬਾ ਫਰੀਦ ਜੀ ਤੁਰੇ ਜਾ ਰਹੇ ਸਨ, ਭੁੱਖ ਲੱਗੀ। ਇਹ ਖਰਬੂਜੀਆਂ ਦਾ ਵਾੜਾ ਆ ਗਿਆ। ਉੱਥੇ ਇੱਕ ਉਹਨਾਂ ਦੀ ਰਾਖੀ ਲਈ ਕੋਈ ਰਖਵਾਲਾ ਸੀ। ਉਹਨੂੰ ਭਗਤ ਜੀ ਕਹਿਣ ਲੱਗੇ, ਸਾਈਂ ਲੋਕਾ ਸਾਨੂੰ ਬੜੀ ਭੁੱਖ ਲੱਗੀ ਹੋਈ ਹੈ, ਤੂੰ ਸਾਨੂੰ ਇੱਕ ਦੋ ਖਰਬੂਜੇ ਖਾਣ ਲਈ ਦੇ ਦੇ। ਉਹ ਅੱਗੋਂ ਕਹਿਣ ਲੱਗਾ, ਮੈਂ ਤੇ ਇੱਕ ਨੌਕਰ ਹਾਂ, ਇਹਦਾ ਮਾਲਕ ਕੋਈ ਹੋਰ ਹੈ, ਮੈਂ ਉਸ ਦੀ ਆਗਿਆ ਤੋਂ ਬਿਨਾਂ ਕਿਸੇ ਨੂੰ ਕੁਝ ਨਹੀਂ ਦੇ ਸਕਦਾ। ਬਾਬਾ ਫਰੀਦ ਜੀ ਉੱਥੇ ਨੇੜੇ ਇੱਕ ਨਦੀ ਵਗਦੀ ਸੀ, ਉੱਥੇ ਜਾ ਕੇ ਬੈਠ ਕੇ ਭਜਨ ਕਰਨ ਲੱਗ ਪਏ। ਵਾਹਿਗੁਰੂ ਨੇ ਐਸੀ ਖੇਡ ਵਰਤਾਈ, ਉਹ ਜਿਹੜਾ ਖਰਬੂਜਿਆਂ ਦਾ ਵਾੜਾ ਸੀ, ਜਿੰਨੇ ਖਰਬੂਜੇ ਲੱਗੇ ਹੋਏ ਸਨ ਉਹ ਸਾਰੇ ਬੰਦਿਆਂ ਦੇ ਸਿਰ ਬਣ ਗਏ। ਤੇ ਜਦੋਂ ਉਸ ਵਾੜੇ ਦਾ ਮਾਲਕ ਆਇਆ ਉਹ ਬੜਾ ਹੈਰਾਨ ਹੋਇਆ। ਉਹਨੇ ਨੌਕਰ ਨੂੰ ਪੁੱਛਿਆ ਵੀ ਗੱਲ ਕੀ ਹੋਈ। ਉਹ ਕਹਿਣ ਲੱਗਾ, ਇੱਥੇ ਇੱਕ ਫਕੀਰ ਆਇਆ ਸੀ, ਉਹਨੇ ਖਾਣ ਲਈ ਖਰਬੂਜੇ ਮੰਗੇ ਸਨ, ਮੈਂ ਜਵਾਬ ਦੇ ਦਿੱਤਾ ਤੇ ਫਿਰ ਆਹ ਪਾਣਾ ਵਰਤਿਆ। ਉਹ ਮਾਲਕ ਵਾਹੋ ਦਾਹੀ ਪੈੜ ਦਬਦਾ ਹੋਇਆ ਜਿੱਥੇ ਬਾਬਾ ਫਰੀਦ ਜੀ ਬੈਠੇ ਭਜਨ ਕਰ ਰਹੇ ਸਨ, ਉਹਨਾਂ ਦੇ ਚਰਨੀ ਆ ਕੇ ਪਿਆ। ਕਹਿਣ ਲੱਗਾ, ਸਾਈਂ ਲੋਕਾ ਮੈਨੂੰ ਮਾਫ ਕਰ ਦੇ। ਬਾਬਾ ਫਰੀਦ ਜੀ ਪ੍ਰਸੰਨ ਹੋਏ, ਕਹਿਣ ਲੱਗੇ, ਦੱਸ ਗੱਲ ਕੀ ਹੈ। ਕਹਿਣ ਲੱਗਾ, ਮੇਰੇ ਨੌਕਰ ਤੋਂ ਗਲਤੀ ਹੋ ਗਈ, ਉਹਨੇ ਤੁਹਾਨੂੰ ਖਰਬੂਜੇ ਖਾਣ ਲਈ ਨਹੀਂ ਦਿੱਤੇ ਤੇ ਸਾਰੇ ਖਰਬੂਜੇ ਬੰਦੇ ਦੇ ਸਿਰ ਬਣ ਗਏ ਨੇ। ਹੁਣ ਤੁਸੀਂ ਕਿਰਪਾ ਕਰੋ, ਮੇਰੇ ਖਰਬੂਜੇ ਸਹੀ ਸਲਾਮਤ ਉਸੇ ਤਰ੍ਹਾਂ ਹੀ ਬਣ ਜਾਣ। ਬਾਬਾ ਫਰੀਦ ਜੀ ਕਹਿਣ ਲੱਗੇ, ਚੱਲ ਕੋਈ ਗੱਲ ਨਹੀਂ, ਤੂੰ ਸ਼ਰਨ ਵਿੱਚ ਆ ਗਿਆ, ਦੇਰ ਆਇਦ ਦੁਰਸਤ ਆਇਦ, ਹੁਣ ਤੇਰੇ ਖਰਬੂਜੇ ਪਹਿਲਾਂ ਵਾਂਗ ਹੀ ਬਣ ਜਾਣਗੇ। ਪਰ ਇੱਕ ਖਰਬੂਜਾ ਬੰਦੇ ਦੇ ਸਿਰ ਵਾਲਾ ਰਹੇਗਾ, ਉਹ ਤੈਨੂੰ ਕੋਈ ਉਪਦੇਸ਼ ਦੇਵੇਗਾ, ਉਹ ਸੁਣ ਲਵੀਂ, ਉਸ ਤੋਂ ਬਾਅਦ ਫਿਰ ਉਹ ਵੀ ਖਰਬੂਜਾ ਬਣ ਜਾਵੇਗਾ। ਜਦੋਂ ਇਹ ਮਾਲਕ ਆਪਣੇ ਵਾਪਸ ਖੇਤ ਮੁੜ ਕੇ ਆਇਆ, ਸਾਰੇ ਖਰਬੂਜੇ ਸਹੀ ਰੂਪ ਦੇ ਵਿੱਚ ਖਰਬੂਜੇ ਬਣੇ ਦੇਖੇ ਬੜਾ ਖੁਸ਼ ਹੋਇਆ। ਪਰ ਇੱਕ ਖਰਬੂਜਾ ਹਾਲੇ ਬੰਦੇ ਦੇ ਸਿਰ ਵਰਗਾ ਸੀ। ਉਹਦੇ ਕੋਲੇ ਆ ਗਿਆ। ਉਹ ਅੱਗੋਂ ਕਹਿਣ ਲੱਗਾ, ਭਲਿਆ ਲੋਕਾ, ਜਿਹੜੇ ਸਾਈਂ ਲੋਕ ਨੇ ਉਹਨਾਂ ਦੀ ਸੇਵਾ ਟਹਿਲ ਭਗਤੀ ਕਰਨੀ ਚਾਹੀਦੀ ਹੈ, ਇਹਦੇ ਨਾਲ ਰੱਬ ਖੁਸ਼ ਹੁੰਦਾ ਹੈ। ਤੂੰ ਵੀ ਭਗਤਾਂ ਦੀ, ਰੱਬ ਦੇ ਬੰਦਿਆਂ ਦੀ ਸੇਵਾ ਕਰਿਆ ਕਰ ਤੇ ਤੇਰਾ ਵੀ ਜੀਵਨ ਸਫਲ ਹੋਵੇਗਾ। ਇੰਨਾ ਕਹਿ ਕੇ ਉਹ ਵੀ ਜਿਹੜਾ ਬੰਦੇ ਦਾ ਸਿਰ ਸੀ ਖਰਬੂਜਾ ਬਣ ਗਿਆ। ਇਸ ਤਰ੍ਹਾਂ ਦੀਆਂ ਸਾਖੀਆਂ ਫਰੀਦ ਜੀ ਦੇ ਇਤਿਹਾਸ ਵਿੱਚ ਲਿਖੀਆਂ ਮਿਲਦੀਆਂ ਨੇ। ਸੋ ਇੱਥੇ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਦਰ ਦਰਵੇਸ਼ੀ ਗਾਖੜੀ, ਦਰ ਤੋਂ ਭਾਵ ਹੈ ਦਰਗਾਹ, ਰੱਬ ਦੀ ਦਰਗਾਹ ਦੀ ਦਰਵੇਸ਼ੀ ਦਾ ਅਰਥ ਹੈ ਫਕੀਰੀ। ਗਾਖੜੀ ਬੜੀ ਕਠਿਨ ਹੈ। ਰੱਬ ਦੇ ਦਰ ਦੀ ਫਕੀਰੀ ਬੜੀ ਔਖੀ ਹੈ।
ਚੱਲਾਂ ਦੁਨੀਆ ਪਤ ਕਦੇ ਕਦੇ ਤਾਂ ਮਨ ਡੋਲ ਜਾਂਦਾ ਹੈ ਵੀ ਮੈਂ ਵੀ ਫਕੀਰੀ ਨੂੰ ਛੱਡ ਕੇ ਜਿਵੇਂ ਦੁਨੀਆ ਚੱਲਦੀ ਹੈ ਦੁਨੀਆ ਦੇ ਰਸਤੇ ਚੱਲ ਪਵਾਂ। ਕਿਉਂ? ਜਦੋਂ ਕਈ ਵਾਰੀ ਕੋਈ ਸਾਧੂ ਬਣ ਜਾਂਦਾ, ਫਕੀਰ ਬਣ ਜਾਂਦਾ ਹੈ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਮਿਹਣੇ ਮਾਰਦੇ ਨੇ, ਤਰਕਾਂ ਮਾਰਦੇ ਨੇ। 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਕੋਈ ਕਹਿੰਦਾ ਇਹ ਤਾਂ ਵਿਹਲੜ ਨੇ, ਕੋਈ ਕਹਿੰਦਾ ਇਹ ਕੜਾਹ ਖਾਣੇ ਨੇ। ਇਸ ਤਰ੍ਹਾਂ ਦੀਆਂ ਜਦੋਂ ਗੱਲਾਂ ਕਰਦੇ ਨੇ ਤੇ ਮਨ ਡੋਲ ਵੀ ਜਾਂਦਾ ਹੈ ਜਿਹੜੇ ਕੱਚੀ ਅਵਸਥਾ ਵਾਲੇ ਹੁੰਦੇ ਨੇ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਰੱਬ ਦੇ ਦਰ ਦੀ ਜਿਹੜੀ ਦਰਵੇਸ਼ੀ ਫਕੀਰੀ ਹੈ ਇਹਨੂੰ ਨਿਭਾਉਣਾ ਬਹੁਤ ਔਖਾ ਹੈ, ਬੜੀ ਕਠਿਨ ਹੈ। ਤੇ ਜੀ ਇਉਂ ਕਰਦਾ ਹੈ ਬਈ ਦੁਨੀਆ ਦੇ ਰਸਤੇ ਚੱਲ ਪਈਏ। ਜੋ ਕੋਈ ਦੁਨੀਆ ਕਰਦੀ ਹੈ ਕੰਮ ਧੰਦੇ ਤੇ ਉਹੀ ਅਸੀਂ ਕਰਨੇ ਸ਼ੁਰੂ ਕਰ ਦਈਏ। ਬੰਨ ਉਠਾਈ ਪੋਟਲੀ ਕਿੱਥੈ ਵਈਆਂ ਘੱਤ। ਬਾਬਾ ਫਰੀਦ ਜੀ ਕਹਿੰਦੇ ਨੇ ਪਰ ਜਿਹੜੀ ਆ ਫਕੀਰੀ ਦੀ ਪੋਟਲੀ ਪੰਡ ਸਿਰ ਉੱਤੇ ਚੱਕੀ ਫਿਰਦੇ ਆ ਬੰਨ ਕੇ, ਫਰੀਦਾ ਬੰਨ ਉਠਾਈ ਪੋਟਲੀ, ਆ ਜਿਹੜੀ ਭਗਤੀ ਦੀ, ਬੰਦਗੀ ਦੀ, ਸਿਮਰਨ ਦੀ ਛੋਟੀ ਜੀ ਪੰਡ ਬੰਨ ਕੇ ਸਿਰ ਉੱਤੇ ਚੁੱਕੀ ਹੋਈ ਹੈ। ਕਿੱਥੇ ਵਈਆਂ ਘੱਤ, ਇਹਨੂੰ ਕਿੱਥੇ ਸੁੱਟ ਕੇ ਜਾਵਾਂ। ਹੁਣ ਮੈਂ ਇਹਨੂੰ ਵੀ ਨਹੀਂ ਛੱਡ ਸਕਦਾ, ਫਕੀਰੀ ਨੂੰ ਵੀ ਨਹੀਂ ਛੱਡ ਸਕਦਾ, ਸਾਧਗੀਰੀ ਨੂੰ ਵੀ ਨਹੀਂ ਛੱਡ ਸਕਦਾ, ਰੱਬ ਦੀ ਭਗਤੀ ਨੂੰ, ਬੰਦਗੀ ਨੂੰ ਵੀ ਮੈਂ ਛੱਡ ਨਹੀਂ ਸਕਦਾ। ਇਸ ਲਈ ਫਿਰ ਮੈਂ ਆਪਣੇ ਮਨ ਨੂੰ ਸਮਝਾਇਆ, ਮਨਾ ਜਿਵੇਂ ਕਬੀਰ ਜੀ ਨੇ ਕਿਹਾ, ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਵਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲਿਆ ਭਗਵਾਨ। ਤੂੰ ਰੋੜਾ ਬਣ ਜਾ, ਲੋਕ ਪਏ ਠੇਡੇ ਮਾਰਨ, ਕਿਸੇ ਦੀ ਪਰਵਾਹ ਨਾ ਕਰ। ਇਸੇ ਲਈ ਭਾਈ ਜੀ ਕਹਿੰਦੇ ਹੈ ਤੇ ਫਕੀਰੀ ਕਰਨੀ ਔਖਾ ਰਸਤਾ ਹੈ। ਫਕੀਰਾ ਫਕੀਰੀ ਦੂਰ ਹੈ ਜੋ ਉੱਚੀ ਲੰਮੀ ਖਜੂਰ ਹੈ। ਚੜ੍ਹ ਜਾਏ ਤਾਂ ਪੀਵੇਂ ਪ੍ਰੇਮ ਰਸ, ਟਹਿ ਜਾਏ ਤਾਂ ਚਕਨਾ ਚੂਰ ਹੈ। ਪਰ ਮੈਂ ਹੁਣ ਜਿਹੜੀ ਹੈ ਫਕੀਰੀ ਦੀ ਪੰਡ ਬੰਨ੍ਹ ਕੇ ਸਿਰ ਉੱਤੇ ਚੁੱਕੀ ਹੋਈ ਹੈ, ਜਿਹੜੀ ਮੈਂ ਬੰਦਗੀ ਕਰ ਰਿਹਾ ਹਾਂ, ਜੋਹਦ ਕਰ ਰਿਹਾ ਹਾਂ, ਭਗਤੀ ਕਰ ਰਿਹਾ ਹਾਂ, ਤਪੱਸਿਆ ਕਰ ਰਿਹਾ ਹਾਂ, ਇਹ ਪੰਡ ਮੈਂ ਕਿੱਥੇ ਲਾਹ ਕੇ ਸੁੱਟਾਂ ਤੇ ਇਹਨੂੰ ਕਿੱਧਰ ਸੁੱਟ ਕੇ ਜਾਵਾਂ। ਕਿਜ ਨਾ ਬੁੱਝੈ ਕਿਜ ਨਾ ਸੁਝੈ, ਦੁਨੀਆ ਗੁੱਜੀ ਭਾਹੇ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਅੱਗੇ ਜਾ ਕੇ ਸ਼ਲੋਕ ਆਵੇਗਾ ਜੋ ਇਸੇ ਸਿਧਾਂਤ ਨੂੰ ਸਪਸ਼ਟ ਕਰਦਾ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ, ਦੁੱਖ ਸਬਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ, ਗੁੱਜੀ ਪਾਹੇ ਜਲਾ ਸੰਸਾਰਾ। ਤੇ ਇਹ ਜਿਹੜਾ ਦੁਨੀਆ ਹੈ ਗੁੱਜੀ ਅੱਗ ਦੇ ਵਿੱਚ ਸੜ ਰਹੀ ਹੈ। ਗੁੱਜੀ ਅੱਗ ਕਿਹੜੀ ਹੈ? ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਏ। ਅਥਵਾ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਸਹਿਸ ਕਟੇ ਲਖ ਕੋ ਉਠਤਾਵੇ, ਤ੍ਰਿਪਤ ਨ ਆਵੇ ਮਾਇਆ ਪਾਛੈ ਪਾਵੇ। ਇਹ ਦੁਨੀਆ ਗੁੱਜੀ ਅੱਗ ਵਿੱਚ ਸੜ ਰਹੀ ਹੈ। ਕਿਜ ਨਾ ਬੁੱਝੈ ਕਿਜ ਨਾ ਸੁਝੈ, ਨਾ ਤੇ ਇਹਨਾਂ ਨੂੰ ਕਿਸੇ ਗੱਲ ਦਾ ਪਤਾ ਲੱਗਦਾ ਹੈ ਤੇ ਨਾ ਹੀ ਕੁਝ ਇਹਨਾਂ ਨੂੰ ਨਜ਼ਰ ਆਉਂਦਾ ਹੈ। ਕਿਉਂ? ਉਹ ਅੱਜ ਅੱਗ ਗੁੱਝੀ ਹੈ, ਵਿਕਾਰਾਂ ਦੀ ਅੱਗ, ਹੰਕਾਰ ਦੀ ਅੱਗ, ਪਾਪਾਂ ਦੀ ਅੱਗ, ਤ੍ਰਿਸ਼ਨਾ ਦੀ ਅੱਗ, ਉਹ ਗੁੱਝੀ ਸਾਡੇ ਅੰਦਰ ਨੂੰ ਸਾੜਦੀ ਹੈ ਤੇ ਉਹਦੇ ਬਾਰੇ ਦੁਨੀਆ ਨੂੰ ਨਾ ਕੁਛ ਪਤਾ ਲੱਗਦਾ, ਨਾ ਕੁਛ ਨਜ਼ਰ ਆਉਂਦਾ ਹੈ। ਸਾਈਂ ਮੇਰਾ ਚੰਗਾ ਕੀਤਾ, ਨਾਹੀ ਤਾਂ ਹਮ ਪੀ ਦੰਜਾ ਆਹੇ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਸਾਈਂ ਨੇ ਬਹੁਤ ਚੰਗਾ ਕੀਤਾ। ਉਸ ਖੁਦਾਬੰਦ ਕਰੀਮ ਨੇ ਮੇਰੇ ਤੇ ਬਹੁਤ ਵੱਡੀ ਰਹਿਮਤ ਕੀਤੀ ਹੈ, ਬੜਾ ਵੱਡਾ ਪਰਉਪਕਾਰ ਕੀਤਾ ਹੈ। ਬਈ ਮੈਨੂੰ ਹੁਣ ਪਤਾ ਲੱਗ ਗਿਆ ਬਈ ਗੁੱਝੀ ਅੱਗ ਦੇ ਵਿੱਚ ਦੁਨੀਆ ਸੜ ਰਹੀ ਹੈ ਤੇ ਮੈਂ ਇਸ ਤੋਂ ਬਚਣਾ। ਮੈਂ ਬੰਦਗੀ ਕਰਨ ਲੱਗ ਗਿਆ, ਨਾ ਹੀ ਤਾਂ ਹੰ ਪੀ ਦੱਜਾਂ ਆਹੇ, ਨਹੀਂ ਤੇ ਮੈਂ ਵੀ ਇਸੇ ਅੱਗ ਵਿੱਚ ਹੀ ਸੜ ਜਾਣਾ ਸੀ। ਮੇਰੇ ਤੇ ਵਾਹਿਗੁਰੂ ਨੇ ਇਹ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਮੈਨੂੰ ਚੰਗੇ ਮਹਾਂਪੁਰਖਾਂ ਦੀ ਸੰਗਤ ਬਖਸ਼ੀ, ਸੋਬਤ ਬਖਸ਼ੀ। ਉਹਨਾਂ ਦੀ ਸੰਗਤ ਕਰਕੇ ਮੈਂ ਭਜਨ ਬੰਦਗੀ ਵਿੱਚ ਲੱਗ ਗਿਆ ਤੇ ਮੈਂ ਇਸ ਗੁੱਝੀ ਅੱਗ ਤੋਂ ਆਪਣੇ ਆਪ ਨੂੰ ਬਚਾ ਲਿਆ। ਫਰੀਦਾ ਜੇ ਜਾਣਾ ਤਿਲ ਥੋੜੜੇ, ਸੰਮਲ ਬੁੱਕ ਭਰੀ। ਲਓ ਹੁਣ ਇਸ ਸ਼ਲੋਕ ਦੀ ਉਹ ਥਾਨਕਾ ਮਹਾਂਪੁਰਖੇ ਸਰਵਣ ਕਰਵਾਉਂਦੇ ਸਨ। ਕੋਈ ਸ਼ਾਹੂਕਾਰ ਸੀ ਤੇ ਹੈ ਬੜਾ ਦਾਨੀ ਸੀ ਤੇ ਇੱਕ ਵਾਰੀ ਕਾਲ ਪੈ ਗਿਆ
ਤੇ ਇਹਨੇ ਬਹੁਤ ਸਾਰੇ ਅਨਾਜ ਦੇ ਕੋਠੇ ਭਰ ਕੇ ਰੱਖੇ ਹੋਏ ਸਨ, ਜਿਨ੍ਹਾਂ ਵਿੱਚ ਕਣਕ ਵੀ, ਚੌਲ ਵੀ, ਮੱਕੀ ਵੀ, ਤਿਲ ਵੀ, ਹੋਰ ਕਈ ਪ੍ਰਕਾਰ ਦੇ ਅਨਾਜ ਇਸਨੇ ਜਮ੍ਹਾਂ ਕੀਤੇ ਸਨ। ਜਿਵੇਂ ਵੱਡੇ ਵਪਾਰੀ ਲੋਕ ਬੜੇ ਬੜੇ ਗੋਦਾਮ ਬਣਾ ਕੇ ਉਹਨਾਂ ਦੇ ਵਿੱਚ ਉਸ ਅਨਾਜ ਨੂੰ ਸਟੋਰ ਕਰ ਲੈਂਦੇ ਨੇ, ਅਤੇ ਇਹਨੇ ਵੀ ਬਹੁਤ ਸਾਰਾ ਅਨਾਜ ਜਮ੍ਹਾਂ ਕੀਤਾ ਹੋਇਆ ਸੀ। ਅਤੇ ਜਦੋਂ ਲੋੜ ਪਈ ਅਤੇ ਫਿਰ ਇਹ ਧਰਮੀ ਬੰਦਾ ਸੀ, ਦਾਨੀ ਸੀ, ਅਤੇ ਬੁੱਕ ਭਰ ਭਰ ਕੇ ਵੰਡਣ ਲੱਗਿਆ। ਅਤੇ ਜਦੋਂ ਤਿਲਾਂ ਦੇ ਕੋਠੇ ਵਿੱਚੋਂ ਤਿਲ ਕੱਢ ਕੇ ਵੰਡਣ ਲੱਗਿਆ ਤਾਂ ਉਸ ਵੇਲੇ ਲੋਕ ਬਹੁਤੇ ਆ ਗਏ, ਅਤੇ ਉਸ ਨੇ ਤਿਲ ਵੰਡਣੇ ਸ਼ੁਰੂ ਕੀਤੇ ਅਤੇ ਲੋਕ ਇੰਨੇ ਆ ਗਏ ਅਤੇ ਤਿਲ ਮੁੱਕ ਗਏ, ਅਤੇ ਉਸ ਤੋਂ ਬਾਅਦ ਲੜਾਈ ਪੈ ਗਈ। ਹੁਣ ਜਦੋਂ ਗਰੀਬ ਲੋਕ, ਉਹਨਾਂ ਨੂੰ ਫਰੀ ਦਾ ਅਨਾਜ ਮਿਲਦਾ ਹੈ ਨਾ, ਅਤੇ ਫਿਰ ਉੱਥੇ ਕੜਮਾਸ ਪੈ ਹੀ ਜਾਂਦਾ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੇ ਜਾਣਾ ਤਿਲ ਥੋੜੜੇ। ਜੇ ਇਸ ਗੱਲ ਨੂੰ ਉਹ ਜਾਣਦਾ ਹੁੰਦਾ ਵੀ ਇਹ ਤਿਲ ਮੇਰੇ ਥੋੜ੍ਹੇ ਨੇ, ਜਨਤਾ ਬਹੁਤੀ ਹੈ ਲੈਣ ਵਾਲੀ, ਸੰਭਲ ਬੁੱਕ ਭਰੀ ਅਤੇ ਸੰਭਲ ਕੇ ਬੁੱਕ ਭਰਦਾ, ਥੋੜ੍ਹੇ ਦੇ ਦਿੰਦਾ, ਖੁੱਲ੍ਹਾ ਗੱਫਾ ਨਾ ਵਰਤਾਉਂਦਾ ਅਤੇ ਕੁਛ ਬਚਾ ਕੇ ਰੱਖ ਲੈਂਦਾ। ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਣ ਕਰੀ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੇ ਜਾਣਾ ਤਿਲ ਥੋੜੜੇ। ਬਾਬਾ ਫਰੀਦ ਜੀ ਕਹਿੰਦੇ ਨੇ ਵੀ ਤਿਲ ਤੋਂ ਭਾਵ ਹੈ ਪਦਾਰਥ, ਵੀ ਇਹ ਜਿਹੜੇ ਪਦਾਰਥ ਨੇ ਥੋੜ੍ਹੇ ਦਿਨਾਂ ਦੇ ਪ੍ਰਾਹੁਣੇ ਨੇ, ਇਹਨਾਂ ਨੇ ਇੱਕ ਨਾ ਇੱਕ ਦਿਨ ਮੁੱਕ ਜਾਣਾ। ਇਹ ਤਾਂ ਸਾਨੂੰ ਪਤਾ ਹੀ, ਆਪਾਂ ਘਰ ਦੇ ਵਿੱਚ ਲੋੜ ਵਾਸਤੇ ਕਈ ਤਰ੍ਹਾਂ ਦੇ ਪਦਾਰਥ, ਗਰੋਸਰੀ ਦਾ ਸਮਾਨ ਲੈ ਕੇ ਆਉਂਦੇ ਹਾਂ ਅਤੇ ਹੌਲੀ ਹੌਲੀ ਉਹ ਮੁੱਕ ਜਾਂਦਾ। ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਪਦਾਰਥਾਂ ਰੂਪੇ ਤਿਲ ਥੋੜ੍ਹੇ ਦਿਨਾਂ ਦੇ ਸਨ ਅਤੇ ਸੰਭਲ ਬੁੱਕ ਭਰੀ, ਅਤੇ ਸੰਭਲ ਕੇ ਬੁੱਕ ਭਰਨਾ ਚਾਹੀਦਾ ਸੀ। ਤੀਜਾ ਇਹਦਾ ਅਰਥ ਇਹ ਵੀ ਹੈ, ਤਿਲ ਤੋਂ ਭਾਵ ਹੈ ਸਵਾਸ। ਜਿਹੜੇ ਸਾਡੇ ਸਵਾਸ ਨੇ ਇਹ ਵੀ ਥੋੜ੍ਹੇ ਰਹਿੰਦੇ ਜਾਂਦੇ ਨੇ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤੇ ਹਮ ਵੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਜੇ ਸਾਨੂੰ ਪਤਾ ਸਾਡੇ ਸਵਾਸ ਘਟਦੇ ਜਾ ਰਹੇ ਨੇ ਅਤੇ ਸੰਭਲ ਬੁੱਕ ਭਰੀ, ਸਾਨੂੰ ਸੰਭਲ ਕੇ ਬੁੱਕ ਭਰਨਾ ਚਾਹੀਦਾ ਸੀ। ਇਹਦਾ ਮਤਲਬ ਇਹ ਹੈ, ਅਤੇ ਸਾਨੂੰ ਆਪਣੇ ਸਵਾਸਾਂ ਨੂੰ ਅਜਾਈਂ ਨਹੀਂ ਸੀ ਗਵਾਉਣਾ ਚਾਹੀਦਾ। ਇਹਨਾਂ ਸਵਾਸਾਂ ਦੇ ਨਾਲ ਸਾਨੂੰ ਸਿਮਰਨ ਕਰਕੇ ਵਾਹਿਗੁਰੂ ਦਾ ਨਾਮ ਜਪ ਕੇ ਇਹਨਾਂ ਨੂੰ ਸਫਲ ਕਰਨੀ ਚਾਹੀਦਾ ਸੀ। ਪਰ ਅਸੀਂ ਗਾਫਲਤਾਈ ਦੇ ਵਿੱਚ ਆਪਣੇ ਸਵਾਸਾਂ ਨੂੰ, ਆਪਣੇ ਜੀਵਨ ਨੂੰ ਐਵੇਂ ਗਵਾਈ ਗਏ, ਅਤੇ ਸਾਨੂੰ ਚਾਹੀਦਾ ਸੰਭਲ ਕੇ ਬੁੱਕ ਭਰਦੇ, ਭਾਵ ਆਪਣੇ ਸਵਾਸਾਂ ਨੂੰ ਨਾਮ ਦੇ ਵਿੱਚ ਲਾ ਕੇ ਸਫਲ ਕਰਦੇ, ਪਰ ਐਸਾ ਹੋਇਆ ਨਹੀਂ। ਇਸੇ ਲਈ ਅਸੀਂ ਪਛਤਾ ਰਹੇ ਹਾਂ। ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਣ ਕਰੀ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਆਪਣੀ ਜਿੰਦ ਨੂੰ ਸਮਝਾਉਂਦੇ ਨੇ, ਜੇ ਜਾਣਾ ਸੋ ਨੰਡੜਾ। ਨੰਡੜਾ ਤੋਂ ਭਾਵ ਹੈ ਬੱਚਾ, ਛੋਟੀ ਉਮਰ ਦਾ, ਮੇਰਾ ਸਹੁ ਪਤੀ ਹੈ, ਤਾਂ ਥੋੜ੍ਹਾ ਮਾਣ ਕਰੀ, ਅਤੇ ਮੈਂ ਆਪਣੀ ਜਵਾਨੀ ਦਾ ਥੋੜ੍ਹਾ ਮਾਣ ਕਰਦਾ। ਬਾਬਾ ਫਰੀਦ ਜੀ ਨੇ ਉਸ ਵੇਲੇ ਦੇ ਜਿਹੜੇ ਮੁਹਾਵਰੇ ਵਰਤੇ ਜਾਂਦੇ ਸਨ ਨਾ, ਬੋਲੇ ਜਾਂਦੇ ਸਨ, ਉਹ ਆਪਣੀ ਬਾਣੀ ਵਿੱਚ ਵਰਤੇ ਨੇ। ਬਾਬਾ ਫਰੀਦ ਜੀ ਕਹਿੰਦੇ ਨੇ ਵੀ ਜੇ ਕਿਸੇ ਇਸਤਰੀ ਦਾ ਛੋਟੀ ਉਮਰ ਦੇ ਪਤੀ ਦੇ ਨਾਲ ਵਿਆਹ ਹੋ ਜਾਂਦਾ, ਪਹਿਲਾਂ ਬਾਲ ਵਿਆਹ ਦਾ ਰਿਵਾਜ ਵੀ ਸੀ, ਛੋਟੇ ਬੱਚਿਆਂ ਦੇ 10-10 ਸਾਲ ਦੇ ਬੱਚਿਆਂ ਦੇ ਵਿਆਹ ਹੀ ਕਰ ਦਿੰਦੇ ਸਨ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਜੇ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਮੇਰਾ ਸਹੁ ਪਤੀ ਨੰਡੜਾ, ਛੋਟੀ ਉਮਰ ਦਾ ਬੱਚਾ ਹੈ, ਅਤੇ ਮੈਂ ਆਪਣੀ ਜਵਾਨੀ ਦਾ ਥੋੜ੍ਹਾ ਮਾਣ ਕਰਦੀ। ਦੂਜਾ ਅੰਤਰੀ ਭਾਵ ਇਹ ਹੈ, ਜੇ ਜਾਣਾ ਸੋ ਨੰਡੜਾ। ਜੇ ਮੈਂ ਇਸ ਗੱਲ ਨੂੰ ਜਾਣ ਲੈਂਦਾ ਵੀ ਉਹ ਸਹੁ ਪਤੀ ਵਾਹਿਗੁਰੂ ਪਰਮੇਸ਼ਰ ਨੰਡੜਾ, ਉਹ ਨੀਵਾਂ ਹੋ ਕੇ ਮਿਲਦਾ ਹੈ, ਅਤੇ ਮੈਂ ਵੀ ਨੀਵਾਂ ਹੋ ਜਾਂਦਾ। ਸ਼ਸ਼ਾ ਸ਼ੁਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ। ਸ਼ਸ਼ਾ ਸ਼ਾਰ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਮੈਂ ਵੀ ਦਾਸਾਂ ਦਾ ਦਾਸ ਬਣ ਜਾਂਦਾ, ਤਾਂ ਥੋੜ੍ਹਾ ਮਾਣ ਕਰੀ, ਅਤੇ ਮੈਂ ਆਪਣੀ ਜਵਾਨੀ ਦਾ ਅਤੇ ਆਪਣੇ ਗਿਆਨ ਦਾ, ਦੇਹ ਅਧਿਆਸ ਦਾ ਥੋੜ੍ਹਾ ਮਾਣ ਕਰਦਾ। ਭਾਵ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਵੀ ਵਾਹਿਗੁਰੂ ਕਿਵੇਂ ਪ੍ਰਸੰਨ ਹੁੰਦਾ ਹੈ। ਇਸੇ ਲਈ ਤਾਂ ਅਸੀਂ ਥੋੜ੍ਹੀ ਥੋੜ੍ਹੀ ਗੱਲ ਦਾ ਹੰਕਾਰ ਕਰ ਲੈਂਦੇ ਹਾਂ,
ਪਰ ਉਹ ਹੰਕਾਰ ਵਾਹਿਗੁਰੂ ਨੂੰ ਪ੍ਰਵਾਨ ਨਹੀਂ ਹੁੰਦਾ। ਜੇ ਜਾਣਾ ਲੜ ਛਿਜਣਾ ਪੀਡੀ ਪਾਈ ਗੰਢ। ਲਓ, ਕੋਈ ਵਪਾਰੀ ਬੰਦਾ ਸੀ ਤੇ ਉਸਨੇ ਹੀਰੇ ਮੋਤੀਆਂ ਦਾ ਵਪਾਰ ਕੀਤਾ ਤੇ ਉਹਨੇ ਕੀ ਕੀਤਾ ਵੀ ਇੱਕ ਕੱਪੜਾ ਲਿਆ ਜਾਂ ਗੁਸਲੀ ਲੈ ਲਈ ਤੇ ਉਸ ਨੂੰ ਪੋਲੀ ਜੀ ਗੰਢ ਦੇ ਕੇ ਤੇ ਉਸ ਨੂੰ ਚੁੱਕ ਲਿਆ। ਜਦੋਂ ਤੁਰਨ ਲੱਗਿਆ ਰਸਤੇ ਦੇ ਵਿੱਚ ਉਹ ਗੰਢ ਖੁੱਲ੍ਹ ਗਈ ਤੇ ਉਹਦੇ ਹੀਰੇ ਮੋਤੀ ਉੱਥੇ ਹੀ ਖਿੰਡ ਗਏ। ਤੇ ਉਸ ਨੂੰ ਵੇਖ ਕੇ ਬਾਬਾ ਫਰੀਦ ਜੀ ਨੇ ਫਿਰ ਇਹ ਸ਼ਲੋਕ ਉਚਾਰਨ ਕੀਤਾ, ਜੇ ਜਾਣਾ ਲੜ ਛਿਜਣਾ। ਜੇ ਤੈਨੂੰ ਇਸ ਗੱਲ ਦਾ ਪਤਾ ਸੀ ਵੀ ਗੰਢ ਪੋਲੀ ਹੈ, ਇਸ ਕੱਪੜੇ ਦੇ ਲੜ ਨੇ ਛਿਜਣਾ ਦਾ ਅਰਥ ਹੈ ਖਿਸਕ ਜਾਣਾ ਹੈ, ਢਿੱਲਾ ਹੋ ਕੇ ਇਸ ਨੇ ਖੁੱਲ੍ਹ ਜਾਣਾ ਹੈ। ਪੀੜੀ ਪਾਈ ਗੰਢ ਤਾਂ ਪੱਕੀ ਗੰਢ ਪਾ ਲੈਂਦਾ। ਤੂੰ ਪਹਿਲਾਂ ਪੱਕੀ ਗੰਢ ਨਹੀਂ ਪਾਈ, ਖਿੱਚ ਕੇ ਚੰਗੀ ਤਰ੍ਹਾਂ ਕੱਪੜੇ ਨੂੰ ਗੰਢ ਨਹੀਂ ਬੰਨੀ ਤੇ ਇਸੇ ਲਈ ਇਹ ਗੰਢ ਖੁੱਲ੍ਹ ਗਈ ਹੈ ਤੇ ਤੇਰੇ ਹੀਰੇ ਮੋਤੀ ਖਿੰਡ ਗਏ ਹਨ। ਤੈਂ ਜੇਵੜ ਮੈਂ ਨਾਹੇ ਕੋ ਸਭ ਜਗ ਡਿਠਾ ਹੰਡ। ਅੰਤਰੀ ਭਾਵ ਇਹ ਹੈ, ਜੇ ਜਾਣਾ ਲੜ ਛਿਜਣਾ। ਜੇ ਇਸ ਗੱਲ ਦਾ ਪਤਾ ਲੱਗ ਜਾਂਦਾ ਬਈ ਇਹ ਜਿਹੜਾ ਲੜ ਹੈ, ਸਰੀਰ ਹੈ, ਛਿਜਣਾ, ਇਸ ਨੇ ਇੱਕ ਦਿਨ ਕਮਜ਼ੋਰ ਹੋ ਜਾਣਾ ਹੈ ਤੇ ਨਾਸ ਹੋ ਜਾਣਾ ਹੈ। ਪੀੜੀ ਪਾਈ ਗੰਢ, ਤੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ, ਹੀਰੇ ਮੋਤੀਆਂ ਨੂੰ ਸੰਭਾਲ ਕੇ ਰੱਖਣਾ ਸੀ। ਪੱਕੀ ਗੰਢ ਪਾ ਕੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਸੀ। ਪਰ ਸਾਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਸੀ ਵੀ ਸਾਡੇ ਸਰੀਰ ਨੇ ਖਿਸਕ ਜਾਣਾ, ਸਾਡੇ ਸਰੀਰ ਨੇ ਨਾਸ ਹੋ ਜਾਣਾ, ਸਾਡੇ ਇਸ ਕੱਪੜੇ ਨੇ ਧੋਖਾ ਦੇ ਦੇਣਾ। ਸਾਨੂੰ ਇਸ ਗੱਲ ਦਾ ਯਕੀਨ ਹੀ ਨਹੀਂ ਸੀ ਆਇਆ, ਇਸੇ ਲਈ ਅਸੀਂ ਪੀੜੀ ਗੰਢ ਨਹੀਂ ਪਾ ਸਕੇ, ਵਾਹਿਗੁਰੂ ਦੇ ਨਾਲ ਪੱਕਾ ਪ੍ਰੇਮ ਨਾ ਗੰਢ ਸਕੇ। ਤੈ ਜੇਵੜ ਮੈਂ ਨਾਹੇ ਕੋ ਸਭ ਜਗ ਡਿਠਾ ਹੰਡ। ਹੇ ਵਾਹਿਗੁਰੂ, ਸਭ ਜਗ ਡਿਠਾ ਹੰਡ। ਹੰਡ ਤੋਂ ਅਰਥ ਹੈ ਹੰਡ ਕੇ, ਫਿਰ ਕੇ। ਮੈਂ ਤੇ ਸਾਰਾ ਸੰਸਾਰ ਫਿਰ ਤੁਰ ਕੇ ਦੇਖ ਲਿਆ ਹੈ। ਤੈਂ ਜੇਵੜ ਮੈਂ ਨਾਹੇ ਕੋ, ਹੇ ਵਾਹਿਗੁਰੂ, ਹੇ ਖੁਦਾ ਅੱਲਾਹ ਤਾਲਾ, ਤੇਰੇ ਜਿੱਡਾ ਵੱਡਾ ਹੋਰ ਮੈਨੂੰ ਕੋਈ ਨਜ਼ਰ ਨਹੀਂ ਆਇਆ। ਤੇਰੇ ਵਰਗਾ ਤੂੰ ਹੀ ਹੈ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਨਾ ਜਾਏ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਥ ਪਾਲੈ ਨਿਤਸਾਰ ਸੰਭਾਲੈ, ਗੁਣ ਹੀ ਮੂਰਖ ਜਾਤਾ ਰੇ। ਮੈਂ ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ ਦੇਖਿਆ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਲੋ, ਇਹਦੀ ਉਥਾਨਕਾ ਮਹਾਂਪੁਰਖੇ ਸਰਵਣ ਕਰਾਉਂਦੇ ਸਨ। ਕੋਈ ਪਟਵਾਰੀ ਸੀ, ਉਹ ਲੋਕਾਂ ਦੇ ਕੋਲੋਂ ਰਿਸ਼ਵਤ ਲੈਂਦਾ ਸੀ। ਇਹ ਪੁਰਾਣੇ ਸਮੇਂ ਤੋਂ ਹੀ ਰਿਵਾਜ ਸੀਗਾ। ਜਿਹੜੇ ਪਟਵਾਰੀ ਲੋਕ ਹੁੰਦੇ ਸਨ, ਉਹ ਜ਼ਮੀਨਾਂ ਦੀ ਮਿਣਤੀ ਗਿਣਤੀ ਦਾ ਹਿਸਾਬ ਕਰਦੇ ਸਨ। ਜੇ ਤਾਂ ਕੋਈ ਉਹਨਾਂ ਨੂੰ ਵੱਢੀ ਦੇ ਦਿੰਦਾ ਤੇ ਉਹਦੇ ਵੱਲ ਜ਼ਮੀਨ ਵਧਾ ਦੇਣੀ, ਜੇ ਕੋਈ ਨਹੀਂ ਸੀ ਦਿੰਦਾ ਉਹਦੀ ਘਟਾ ਦੇਣੀ। ਤੇ ਲੋਕਾਂ ਦੇ ਰੌਲਿਆਂ ਦੇ ਵਿੱਚ ਇਹ ਆਪਣਾ ਉੱਲੂ ਸਿੱਧਾ ਕਰਦੇ ਰਹਿੰਦੇ। ਤੇ ਬਾਬਾ ਫਰੀਦ ਜੀ ਕਿਸੇ ਰਿਸ਼ਵਤਖੋਰ ਪਟਵਾਰੀ ਨੂੰ, ਜੋ ਪੜ੍ਹਿਆ ਲਿਖਿਆ ਸੀ, ਇਹ ਉਪਦੇਸ਼ ਦਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ। ਲਤੀਫ ਦਾ ਅਰਥ ਹੈ ਬਾਰੀਕ, ਤੀਕਸ਼ਣ। ਜੇ ਤੂੰ ਬਹੁਤ ਬਾਰੀਕ ਬੁੱਧੀ ਵਾਲਾ ਹੈ, ਤੀਕਸ਼ਣ ਬੁੱਧੀ ਦਾ ਮਾਲਕ ਹੈ, ਕਾਲੇ ਲਿਖ ਨਾ ਲੇਖ। ਫਿਰ ਤੂੰ ਆਹ ਕਾਲੇ ਲੇਖ ਕਾਹਦੇ ਵਾਸਤੇ ਲਿਖਦੇ? ਆਹ ਜਿਹੜੇ ਵਿਚਾਰੇ ਲੋਕਾਂ ਦੇ ਜ਼ਮੀਨਾਂ ਦੇ ਨੰਬਰ ਹੈ, ਵੱਧ ਘੱਟ ਕਰਕੇ ਇੱਧਰ ਉੱਧਰ ਇਹਨਾਂ ਨੂੰ ਕਰਕੇ ਕਿਉਂ ਚੱਕਰਾਂ ਵਿੱਚ ਪਾਉਣਾ? ਫਿਰ ਵੱਡੀਆਂ ਖਾਂਦਾ ਫਿਰਦਾ। ਇਹ ਕਾਲੇ ਲੇਖ ਨਾ ਲਿਖ ਜੇ ਤੂੰ ਤੀਕਸ਼ਣ ਬੁੱਧੀ ਦਾ ਮਾਲਕ ਹੈ, ਬਾਰੀਕ ਅਕਲ ਦਾ ਤੂੰ ਮਾਲਕ ਹੈ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਆਪਨੜੇ ਗਿਰੀਵਾਨ ਮਹਿ, ਸਿਰ ਨੀਵਾ ਕਰ ਦੇਖ। ਬਾਬਾ ਫਰੀਦ ਜੀ ਕਹਿੰਦੇ ਨੇ, ਆਪਨੜੇ ਗਿਰੀਬਾਨ ਮੈਂ। ਗਿਰੀਬਾਨ ਦਾ ਅਰਥ ਹੈ ਬੁੱਕਲ। ਤੂੰ ਆਪਣੇ ਗਿਰੀਬਾਨ, ਆਪਣੀ ਬੁੱਕਲ ਦੇ ਵਿੱਚ ਸਿਰ ਨੀਵਾ ਕਰਕੇ ਦੇਖ ਵੀ ਤੇਰੇ ਅੰਦਰ ਲੋਭ ਲਾਲਚ ਹੈ ਕਿ ਨਹੀਂ ਹੈ। ਤੂੰ ਕਾਲੇ ਲੇਖ ਕਾਹਦੇ ਵਾਸਤੇ ਲਿਖ ਰਿਹਾ ਹੈ? ਆਪਣੀ ਬੁੱਕਲ ਦੇ ਵਿੱਚ ਆਪਣੀ ਗਰੀਬਾਨ ਦੇ ਅੰਦਰ ਨਿਗਾਹ ਮਾਰ ਕੇ ਸਿਰ ਨੀਵਾ ਕਰਕੇ ਦੇਖ। ਅਥਵਾ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ।
ਲੋ ਬਾਬਾ ਫਰੀਦ ਜੀ ਕਹਿੰਦੇ ਨੇ ਕੁਝ ਐਸੇ ਵੀ ਲਿਖਾਰੀ ਨੇ ਦੁਨੀਆ ਦੇ ਵਿੱਚ ਜਿਹੜੇ ਗੰਦੇ ਗੀਤ ਲਿਖਦੇ ਨੇ ਤੇ ਜਾਂ ਕੋਈ ਹੋਰ ਕਿਸੇ ਮਹਾਂਪੁਰਖਾਂ ਦੀ ਨਿੰਦਿਆ ਦੇ ਪਾਪਾਂ ਦੇ ਕਾਲੇ ਲੇਖ ਲਿਖਦੇ ਨੇ। ਉਹਨਾਂ ਨੂੰ ਵੀ ਬਾਬਾ ਫਰੀਦ ਜੀ ਸਮਝਾਉਂਦੇ ਨੇ ਵੀ ਜੇ ਤੂੰ ਬਾਰੀਕ ਅਕਲ ਦਾ ਮਾਲਕ ਹੈ, ਤੀਕਸ਼ਣ ਬੁੱਧੀ ਵਾਲਾ, ਆਪਣੇ ਆਪ ਨੂੰ ਵਿਦਵਾਨ ਰੌਸ਼ਨ ਦਿਮਾਗ ਸਮਝਦਾ ਹੈ, ਤੇ ਫਿਰ ਇਹ ਪਾਪਾਂ ਵਾਲੇ ਕਾਲੇ ਲੇਖ ਨਾ ਲਿਖ। ਭਾਵ ਕਿਸੇ ਦੀ ਨਿੰਦਿਆ ਨਾ ਕਰ ਤੇ ਕਿਸੇ ਮਹਾਂਪੁਰਖ ਦੇ ਉੱਤੇ ਝੂਠੇ ਇਲਜ਼ਾਮ ਨਾ ਲਾ। ਇਹ ਪਾਪਾਂ ਦੇ ਲੇਖ ਨਾ ਲਿਖ ਤੇ ਆਪਣੇ ਗਰੀਬਾਨ ਮੈਂ ਆਪਣੇ ਚੋਲੇ ਵਿੱਚ ਤੇ ਆਪਣੇ ਦਾਮਨ ਦੇ ਵਿੱਚ ਸਿਰ ਨੀਵਾਂ ਕਰਕੇ ਦੇਖ ਵੀ ਜਿਹੜੇ ਔਗਣ ਤੂੰ ਦੂਜਿਆਂ ਵਿੱਚ ਵੇਖ ਰਿਹਾ ਕਿਧਰੇ ਤੇਰੇ ਵਿੱਚ ਤਾਂ ਨਹੀਂ। ਆਪਣੇ ਅੰਦਰ ਝਾਤੀ ਮਾਰ, ਤੇਰੇ ਵਿੱਚ ਕਿੰਨੇ ਔਗਣ ਨੇ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇਤੀ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰਿਓ ਪਾਵੋ, ਡੁੱਬਦੇ ਪੱਥਰ ਤਾਰੇ। ਤੇ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਲਈ ਅਰਦਾਸਾਂ ਬੇਨਤੀਆਂ ਕਰ। ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨਾ ਨਾ ਮਾਰੇ ਘੁੰਮ। ਲੋਕ ਕਹਿੰਦੇ ਨੇ ਬਾਬਾ ਫਰੀਦ ਜੀ ਕਬਰਸਤਾਨ ਦੇ ਨੇੜੇ ਬੈਠ ਕੇ ਭਗਤੀ ਕਰ ਰਹੇ ਸਨ। ਇਹ ਕੋਈ ਪਠਾਨ ਘੋੜੇ 'ਤੇ ਸਵਾਰ ਸੀ, ਉੱਥੇ ਆਇਆ ਤੇ ਆ ਕੇ ਬਾਬਾ ਫਰੀਦ ਜੀ ਨੂੰ ਪੁੱਛਣ ਲੱਗਿਆ, ਮੈਂ ਪਿੰਡ ਜਾਣਾ, ਬਾਹਰੋਂ ਆਇਆ ਹੋਣਾ ਦੂਰੋਂ ਕਿਤੇ, ਬਈ ਮੈਨੂੰ ਦੱਸੋ ਪਿੰਡ ਕਿਹੜੇ ਪਾਸੇ। ਤੇ ਉਹਨਾਂ ਨੇ ਇਸ਼ਾਰਾ ਕਬਰਸਤਾਨ ਵੱਲ ਕਰ ਦਿੱਤਾ ਵੀ ਇੱਧਰ ਹੈ ਪਿੰਡ। ਉਹ ਹੁਣ ਜਿਹੜਾ ਪਠਾਨ ਸੀ, ਹੁਣ ਉਹ ਕਬਰਸਤਾਨ ਦੇ ਵਿੱਚ ਗਿਆ। ਉਹ ਉੱਥੇ ਘਰ ਭਾਲਦਾ ਫਿਰੇ, ਪਿੰਡ ਭਾਲਦਾ ਫਿਰੇ, ਪਰ ਉੱਥੇ ਪਿੰਡ ਕੀ ਮਿਲਣਾ ਸੀ। ਅੱਕਿਆ ਥੱਕਿਆ ਸੜਿਆ ਮੱਚਿਆ ਫਿਰ ਵਾਪਸ ਮੁੜ ਕੇ ਆਇਆ ਜਿੱਥੇ ਬਾਬਾ ਫਰੀਦ ਜੀ ਬੈਠੇ ਸਨ। ਆ ਕੇ ਉਹਨਾਂ ਦੇ ਮੁੱਕੀਆਂ ਮਾਰਨ ਲੱਗ ਪਿਆ, ਘਸੁੰਨ ਠੋਕਣ ਲੱਗ ਪਿਆ। ਕਹਿੰਦਾ ਤੂੰ ਮੈਨੂੰ ਪੁੱਠੇ ਰਾਹ ਕਿਉਂ ਪਾਇਆ। ਤੇ ਬਾਬਾ ਫਰੀਦ ਜੀ ਨਿਮਰਤਾ ਦੇ ਪੁੰਜ ਸਨ। ਸਹਿਨਸ਼ੀਲਤਾ ਦਾ ਉਪਦੇਸ਼ ਦੇਣ ਵਾਸਤੇ ਇਹ ਪਵਿੱਤਰ ਸ਼ਲੋਕ ਉਚਾਰਨ ਕੀਤਾ। ਕੀ ਕਹਿੰਦੇ ਨੇ, ਫਰੀਦਾ ਜੋ ਤੈਂ ਮਾਰਨ ਮੁੱਕੀਆਂ। ਐ ਫਰੀਦ, ਜੋ ਲੋਕ ਤੈਨੂੰ ਮੁੱਕੀਆਂ ਮਾਰਦੇ ਨੇ, ਘਸੁੰਨ ਮਾਰਦੇ ਨੇ, ਤਿੰਨਾਂ ਨਾ ਮਾਰੇ ਕੌਮ, ਤੂੰ ਮੁੜ ਕੇ ਉਹਨਾਂ ਦੇ ਨਾ ਮਾਰ। ਜੇ ਕੋਈ ਤੈਨੂੰ ਕੁੱਟਦਾ ਤੇ ਤੂੰ ਉਹਦੇ ਉੱਤੇ ਹੱਥ ਨਾ ਚੱਕ। ਜੋ ਵੀ ਹੈ ਤੂੰ ਭਾਣਾ ਮੰਨ। ਆਪਨੜੈ ਘਰ ਜਾਈਐ, ਪੈਰ ਤਿਨਾ ਦੇ ਚੁੰਮ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਤੂੰ ਜਿਹੜੇ ਕੁੱਟਣ ਵਾਲੇ ਨੇ ਤੈਨੂੰ, ਉਹਨਾਂ ਦੇ ਜਾ ਕੇ ਪੈਰ ਚੁੰਮ ਤੇ ਫਿਰ ਆਪਣੇ ਘਰ ਚਲੇ ਜਾਈਏ। ਅਥਵਾ ਜੇ ਮਨ ਦੇ ਵਿੱਚ ਨਿਮਰਤਾ ਆ ਜਾਵੇ ਤੇ ਫਿਰ ਆਪਨੜਾ ਘਰ ਜਾਈਏ, ਫਿਰ ਆਪਣੇ ਘਰ ਰੱਬ ਦੇ ਘਰ ਚਲੇ ਜਾਈਦਾ। ਤੇ ਜੇ ਆਪਾਂ ਉਹਨਾਂ ਦਾ ਮੁਕਾਬਲਾ ਕਰਨ ਲੱਗ ਪਏ ਤੇ ਫਿਰ ਤੇ ਲੜਾਈ ਵਧੇਗੀ। ਬਾਬਾ ਫਰੀਦ ਜੀ ਸਾਨੂੰ ਨਿਮਰਤਾ ਦਾ, ਹਲੀਮੀ ਦਾ ਇਹ ਉਪਦੇਸ਼ ਸਮਝਾ ਰਹੇ ਨੇ ਬਈ ਜੇ ਕੋਈ ਤੁਹਾਨੂੰ ਮਾਰੇ ਕੁੱਟੇ, ਬਈ ਤੁਸੀਂ ਚੁੱਪਚਾਪ ਭਗਤੀ ਕਰਦੇ ਰਹਿਣਾ ਹੈ। ਇੱਕ ਵਾਰੀ ਦੀ ਗੱਲ ਹੈ, ਜਦੋਂ ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਦੇ ਜਥੇ ਵਿੱਚ ਵਿਦਿਆਰਥੀ ਸੀ ਦਾਸ, ਉਸ ਵੇਲੇ ਆ ਫਤਿਹਗੜ੍ਹ ਕੂਰੋ ਟਾਣਾ ਤੇ ਇੱਥੇ ਨੇੜੇ ਪਿੰਡ ਹੈ, ਉੱਥੇ ਪ੍ਰੋਗਰਾਮ ਬਣਿਆ। ਇੱਕ ਜਥੇ ਦੇ ਗੁਰਮੁਖ ਪਿਆਰੇ ਸਨ ਬਾਬਾ ਪ੍ਰਤਾਪ ਸਿੰਘ ਜੀ, ਤੇ ਉਹ ਬੜੀ ਲਗਨ ਦੇ ਨਾਲ ਬਾਣੀ ਪੜ੍ਹਦੇ ਸਨ। ਤੇ ਸ਼ਾਮ ਦਾ ਵਕਤ ਸੀ, ਉਹ ਰਹਿਰਾਸ ਸਾਹਿਬ ਦਾ ਪਾਠ ਕਰਨ ਵਾਸਤੇ ਸੜਕ 'ਤੇ ਨਿਕਲੇ ਤੇ ਉਹ ਆਪਣੀ ਮਾਸੀ ਵਿੱਚ ਰਹਿਰਾਸ ਸਾਹਿਬ ਦਾ ਪਾਠ ਕਰਦੇ ਜਾਣ। 3 ਸ਼ਰਾਬੀ ਆ ਗਏ, ਮੋਟਰਸਾਈਕਲ 'ਤੇ ਬੈਠੇ ਸਨ। ਮੋਟਰਸਾਈਕਲ ਉਹਨਾਂ ਤੋਂ ਡੋਲ ਗਿਆ, ਖਤਾਨਾਂ ਵਿੱਚ ਜਾ ਕੇ ਡਿੱਗ ਪਏ। ਉਹ ਵਿਚਾਰਾ ਰੱਬ ਦਾ ਬੰਦਾ ਰਹਿਰਾਸ ਸਾਹਿਬ ਦਾ ਪਾਠ ਕਰਦਾ ਜਾ ਰਿਹਾ ਸੀ। ਉਹਨੂੰ ਦੇਖ ਕੇ ਕਹਿੰਦੇ ਇਹਨੇ ਆਪਾਂ ਨੂੰ ਸੁੱਟਿਆ। ਆ ਕੇ ਉਹਨੂੰ ਕੁੱਟਣ ਲੱਗ ਪਏ। ਇੱਕ ਜਾਣੇ ਨੇ ਆ ਕੇ ਲੱਕ ਨੂੰ ਜੱਫਾ ਮਾਰ ਲਿਆ, 2 ਜਾਣੇ ਘਸੁੰਨ ਮਾਰਨ ਲੱਗ ਪਏ। ਉਹ ਰਹਿਰਾਸੀ ਪੜ੍ਹੀ ਜਾਵੇ, ਉਹ ਬਾਣੀ ਪੜ੍ਹੀ ਜਾਵੇ। ਤੇ ਜਦੋਂ ਇਹਨੇ ਕੋਈ ਜਵਾਬ ਨਾ ਦਿੱਤਾ, ਕੋਈ ਹੱਥ ਨਹੀਂ ਚੁੱਕਿਆ, ਕੁਛ ਬੋਲਿਆ ਨਹੀਂ, ਤੇ ਉਹ ਸ਼ਰਾਬੀ ਥੋੜ੍ਹੇ ਮਿੰਟਾਂ ਬਾਅਦ ਹੈਰਾਨ ਜਿਹੇ ਹੋ ਕੇ
ਕਹਿੰਦੇ ਇਹ ਤੇ ਕੋਈ ਫੱਕਰ ਜਿਹਾ ਬੰਦਾ, ਚਲੋ ਆਪਾਂ ਚੱਲੀਏ। ਉਹ ਛੱਡ ਕੇ ਚਲੇ ਗਏ। ਫਿਰ ਉਹ ਬਾਅਦ ਵਿੱਚ ਆਇਆ, ਅਸੀਂ ਉੱਥੇ ਖੜ੍ਹੇ ਸੀ, ਹੋਰ ਵੀ ਸਿੰਘ ਸਨ, ਅਤੇ ਆ ਕੇ ਕਹਿਣ ਲੱਗਾ ਮੁਸਕਰਾ ਕੇ, ਕਹਿੰਦਾ ਅੱਜ ਮੈਨੂੰ ਸ਼ਰਾਬੀਆਂ ਨੇ ਕੁੱਟਿਆ। ਉਹ ਸਿੰਘ ਕਹਿਣ ਲੱਗੇ, ਭਲਿਆ ਲੋਕਾ, ਜੇ ਇਹ ਗੱਲ ਹੋਈ ਸੀ ਅਸੀਂ ਤੇਰੇ ਨੇੜੇ ਸੀ, ਆਵਾਜ਼ ਮਾਰ ਦਿੰਦਾ। ਕਹਿੰਦਾ ਮੈਂ ਰਹਿਰਾਸ ਸਾਹਿਬ ਦਾ ਪਾਠ ਕਰਦਾ ਸੀ, ਮੈਂ ਸੋਚਿਆ ਬਾਣੀ ਪੜ੍ਹਦਿਆਂ ਬੋਲੀ ਦਾ ਨਹੀਂ, ਅਤੇ ਮੈਂ ਇਹ ਫੈਸਲਾ ਕੀਤਾ ਵੀ ਜੇ ਕੁੱਟਦੇ ਦਾ ਕੁੱਟ ਲੈਣ, ਜੋ ਮਰਜ਼ੀ ਕਰਨਾ ਕਰ ਲੈਣ, ਪਰ ਮੈਂ ਨਹੀਂ ਬੋਲਣਾ ਅਤੇ ਨਾ ਮੈਂ ਹੱਥ ਚੁੱਕਣਾ, ਮੈਂ ਬਾਣੀ ਪੜ੍ਹਦਾ, ਬਾਣੀ ਦਾ ਨਿਰਾਦਰ ਨਹੀਂ ਕਰਨਾ। ਇਹ ਵੀ ਭਾਵਨਾ ਹੈ ਨਾ ਇੱਕ, ਵੀ ਬਾਣੀ ਪੜ੍ਹਦਿਆਂ ਬੋਲਣਾ ਨਹੀਂ। ਲੋ ਬਾਬਾ ਫਰੀਦ ਜੀ ਵੀ ਇਹੀ ਸਿੱਖਿਆ ਦਿੰਦੇ ਨੇ, ਜੇ ਕੋਈ ਬੰਦਗੀ ਕਰਦਿਆਂ ਤੁਹਾਨੂੰ ਮਾਰਦਾ ਵੀ ਹੈ ਅਤੇ ਤੁਸੀਂ ਨਿਮਰਤਾ ਰੱਖਣੀ ਹੈ, ਅਤੇ ਮੁੜ ਕੇ ਉਹਨੂੰ ਮਾਰਨਾ ਨਹੀਂ, ਜਵਾਬ ਨਹੀਂ ਦੇਣਾ। ਅਤੇ ਆਪਨੜਾ ਕਰ ਜਾਈਆ ਪੈਰ ਤਨਾਂ ਦੇ ਚੁੰਮ, ਜੇ ਇਹੋ ਜਿਹੇ ਬੰਦਿਆਂ ਦੇ ਪੈਰ ਚੁੰਮਣ ਲੱਗ ਜਾਵੋ ਅਤੇ ਫਿਰ ਉਹਨਾਂ ਦੀ ਵੀ ਸੁਰਤ ਟਿਕਾਣੇ ਆ ਜਾਵੇਗੀ, ਉਹ ਵੀ ਨਿਮਰਤਾ ਦੇ ਵਿੱਚ ਆ ਜਾਣਗੇ, ਉਹ ਵੀ ਗਲਤੀ ਨੂੰ ਮੰਨ ਲੈਣਗੇ। ਅਤੇ ਇਸ ਤਰ੍ਹਾਂ ਦੇ ਗੁਣ ਧਾਰਨ ਕਰਨ ਦੇ ਨਾਲ ਆਪਣੇ ਘਰ, ਰੱਬ ਦੇ ਘਰ ਚਲੇ ਜਾਈਦਾ ਹੈ। ਫਰੀਦਾ ਜਾ ਤੋ ਖੱਟਣ ਵੇਲ, ਤਾਂ ਤੂੰ ਰੱਤਾ ਦੁਨੀ ਸਿਉ। ਲੋ ਹੁਣ ਬਾਬਾ ਫਰੀਦ ਜੀ ਕਹਿੰਦੇ ਨੇ, ਜਦੋਂ ਜਵਾਨੀ ਹੁੰਦੀ ਹੈ, ਉਹ ਭਗਤੀ ਦਾ, ਸੇਵਾ ਦਾ, ਬੰਦਗੀ ਦਾ ਢੁਕਵਾਂ ਸਮਾਂ ਹੁੰਦਾ। ਹੁਣ ਜਵਾਨੀ ਦੇ ਵਿੱਚ ਹੀ ਅਸੀਂ ਦੁਨੀਆ ਦੇ ਵਿੱਚ ਕੰਮ ਕਾਰ ਕਰਨੇ ਹੁੰਦੇ ਨੇ। ਫਰੀਦਾ ਜਾਓ ਤੋਂ ਖੱਟਣ ਵੇਲ, ਬਾਬਾ ਫਰੀਦ ਜੀ ਕਹਿੰਦੇ ਨੇ ਜਦੋਂ ਖੱਟੀ ਖੱਟਣ ਦਾ ਸਮਾਂ ਸੀ, ਤਾਂ ਤੂੰ ਰੱਤਾ ਦੁਨੀ ਸੋ, ਉਸ ਵੇਲੇ ਤੂੰ ਵੀ ਦੁਨੀਆ ਦੇ ਰੰਗਾਂ ਵਿੱਚ ਹੀ ਰੰਗਿਆ ਰਿਹਾ, ਭਾਵ ਵਾਹਿਗੁਰੂ ਦੀ ਬੰਦਗੀ ਨਾ ਕੀਤੀ, ਦੁਨੀਆ ਦੇ ਕੰਮ ਧੰਦੇ ਕਰਦਾ ਰਿਹਾ। ਮਰਗ ਸਵਾਈ ਨੀਹ, ਜਾ ਭਰਿਆ ਤਾਂ ਲੱਦਿਆ। ਮਰਗ ਸਵਾਈ ਨੀਹ ਹੈ, ਜਦੋਂ ਮਰਗ ਦਾ ਅਰਥ ਹੈ ਮੌਤ ਦੀ, ਨੀਂਹ ਸਵਾਈ ਦਾ ਅਰਥ ਹੈ ਵੱਧ ਗਈ, ਮੌਤ ਦੀ ਨਿਉ ਭਰ ਗਈ, ਭਾਵ ਤੇਰੇ ਸਵਾਸ ਪੂਰੇ ਹੋ ਗਏ, ਤੇਰੀ ਉਮਰ ਲੰਘ ਗਈ। ਜਾਂ ਭਰਿਆ ਤਾਂ ਲੱਦਿਆ, ਜਦੋਂ ਪਾਈ ਭਰੀ ਜਾਂਦੀ ਹੈ ਅਤੇ ਫਿਰ ਉਸ ਨੂੰ ਲੱਦ ਦਿੱਤਾ ਜਾਂਦਾ, ਖਾਲੀ ਕਰ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਤੇਰੀ ਮੌਤ ਦੀ ਨਿਉ ਭਰੀ ਗਈ ਅਤੇ ਫਿਰ ਤੇਰੇ ਸਰੀਰ ਰੂਪੀ ਘੜੇ ਵਿੱਚ ਜਿਹੜਾ ਸਵਾਸਾਂ ਦਾ ਜਲ ਭਰਿਆ ਹੋਇਆ ਸੀ, ਅਤੇ ਇਹਨੂੰ ਭਰੇ ਹੋਏ ਨੂੰ ਮੂਧਾ ਕਰ ਦਿੱਤਾ ਜਾਂਦਾ ਹੈ। ਦੇਖ ਫਰੀਦਾ ਜੋ ਥੀਆ, ਦਾੜੀ ਹੋਈ ਪੂਰ। ਲਓ ਜਦੋਂ ਬਾਬਾ ਫਰੀਦ ਜੀ ਦੀ ਬਿਰਧ ਅਵਸਥਾ ਹੋ ਗਈ, ਉਸ ਵੇਲੇ ਆਪਣੇ ਮਨ ਨੂੰ ਸਮਝਾਉਂਦੇ ਨੇ, ਦੇਖ ਫਰੀਦਾ ਜੋ ਥੀਆ, ਐ ਫਰੀਦ ਦੇਖ ਜੋ ਤੇਰੇ ਨਾਲ ਸਾਹਮਣੇ ਵਾਪਰਿਆ ਹੈ। ਦਾੜੀ ਹੋਈ ਪੂਰ, ਹੁਣ ਤੇਰੀ ਦਾੜੀ ਪਹਿਲਾਂ ਕਾਲੀ ਸੀ ਅਤੇ ਹੁਣ ਉਹ ਭੂਰੀ ਹੋ ਗਈ ਹੈ। ਅਤੇ ਜਾਂ ਭੂਰ ਦਾ ਅਰਥ ਕਈ ਵਿਦਵਾਨਾਂ ਨੇ ਚਿੱਟੀ ਵੀ ਕੀਤਾ, ਹੁਣ ਤੇਰੀ ਦਾੜੀ ਚਿੱਟੀ ਹੋ ਗਈ ਹੈ। ਕਈਆਂ ਦੇ ਵਾਲ ਭੂਰੇ ਵੀ ਹੁੰਦੇ ਨੇ ਨਾ, ਖਾਸ ਕਰਕੇ ਜਿਹੜੇ ਕਈ ਮੁਸਲਮਾਨ ਨੇ ਜਾਂ ਹੋਰ ਵੀ ਲੋਕ ਨੇ, ਉਹ ਆਪਣੇ ਚਿੱਟੇ ਵਾਲਾਂ ਨੂੰ ਰੰਗ ਵੀ ਲੈਂਦੇ ਨੇ, ਭੂਰੇ ਜੇ ਕਰ ਲੈਂਦੇ ਨੇ। ਲੋ ਭਗਤ ਜੀ ਕਹਿੰਦੇ ਨੇ ਵੀ ਹੁਣ ਦੇਖਦਿਆਂ ਦੇਖਦਿਆਂ ਤੇਰੀ ਜਵਾਨੀ ਬਤੀਤ ਹੋ ਗਈ ਹੈ ਅਤੇ ਦਾੜੀ ਦਾ ਰੰਗ ਪੂਰਾ ਚਿੱਟਾ ਹੋ ਗਿਆ ਹੈ। ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ। ਹੁਣ ਅੱਗੋਂ ਦਾ ਅਰਥ ਹੈ ਮੌਤ ਦਾ ਸਟੇਸ਼ਨ, ਉਹ ਹੁਣ ਨੇੜੇ ਆ ਗਿਆ। ਪਿੱਛਾ ਰਹਿਆ ਦੂਰ, ਪਿੱਛਾ ਤੋਂ ਭਾਵ ਜਦੋਂ ਜੰਮਿਆ ਸੀ ਉਹ ਸਮਾਂ ਦੂਰ ਰਹਿ ਗਿਆ। ਇਹਦਾ ਮਤਲਬ ਇਹ ਹੈ ਤੇਰੀ ਸਾਰੀ ਉਮਰ ਬਤੀਤ ਹੋ ਗਈ ਹੈ। ਪਹਿਲਾਂ ਬੱਚਾ ਸੀ, ਜਵਾਨ ਹੋਇਆ, ਫਿਰ ਬੁੱਢਾ ਹੋ ਗਿਆ, ਅਤੇ ਬੁੱਢਾ ਹੋ ਕੇ ਮੌਤ ਦਾ ਸਟੇਸ਼ਨ ਨੇੜੇ ਆ ਜਾਂਦਾ ਹੈ। ਅਤੇ ਜਿਹੜਾ ਪਿੱਛਾ ਹੈ, ਜਦੋਂ ਜੰਮਿਆ ਸੀ ਉਹ ਸਮਾਂ ਦੂਰ ਰਹਿ ਜਾਂਦਾ ਹੈ। ਇਸ ਲਈ ਭਾਈ ਹੁਣ ਪਿੱਛੇ ਨਾ ਦੇਖ, ਪਿੱਛੇ ਬਾਰੇ ਨਾ ਸੋਚ, ਅੱਗੇ ਦੇਖ ਜਿੱਥੇ ਜਾਣਾ ਹੈ। ਉਸ ਮੌਤ ਦਾ ਪ੍ਰਬੰਧ ਕਿਵੇਂ ਰੱਬ ਦੇ ਘਰ ਸੁਰਖਰੂ ਹੋਣਾ, ਉਹਦੇ ਬਾਰੇ ਸੋਚਿਆ ਕਰ। ਦੇਖ ਫਰੀਦਾ ਜੇ ਥੀਆ, ਸ਼ੱਕਰ ਹੋਈ ਵਿਸ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਸਮੇਂ ਸਮੇਂ ਦੇ ਨਾਲ ਇਹ ਸਭ ਕੁਛ ਬਦਲਦਾ ਰਹਿੰਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਬਾਬਾ ਫਰੀਦ ਜੀ ਛੋਟੀ ਉਮਰ ਦੇ ਵਿੱਚ ਮਿੱਠੇ ਦੇ ਬੜੇ ਸ਼ੌਕੀਨ ਸਨ। ਹੁਣ ਜਦੋਂ ਛੋਟੀ ਉਮਰ ਦੇ ਵਿੱਚ ਮਾਤਾ ਜੀ ਨੇ ਇਹਨਾਂ ਨੂੰ ਬੰਦਗੀ ਵੱਲ ਲਾਇਆ ਅਤੇ ਬਾਬਾ ਫਰੀਦ ਜੀ ਨੇ ਪੁੱਛਿਆ
ਜੇ ਮੈਂ ਨਮਾਜ਼ ਪੜ੍ਹੀ ਰੱਬ ਮੈਨੂੰ ਕੀ ਦੇਵੇਗਾ? ਮਾਂ ਆਖੇ ਜਿਹੜਾ ਕੁਛ ਮੰਗੇ ਉਹੀ ਕੁਛ ਦੇਵੇਗਾ। ਉਹ ਆਖੇ ਮਾਂ ਮੈਂ ਅੱਜ ਸ਼ੱਕਰ ਖਾਣੀ ਹੈ, ਅਤੇ ਮਾਂ ਸ਼ੱਕਰ ਦੀ ਪੁੜੀ ਉਹਦੇ ਆਸਣ ਦੇ ਹੇਠਾਂ ਰੱਖ ਦੇਵੇ। ਜੇ ਉਹ ਕਵੇ ਮੈਂ ਮਿਸ਼ਰੀ ਖਾਣੀ ਆ ਅਤੇ ਮਿਸ਼ਰੀ ਦੀ ਡਾਲੀ ਰੱਖ ਦੇਵੇ। ਜੇ ਆਖੇ ਮੈਂ ਅੱਜ ਸ਼ਹਿਦ ਖਾਣਾ ਹੈ ਅਤੇ ਸ਼ਹਿਦ ਲਿਆ ਕੇ ਰੱਖ ਦੇਵੇ ਕੌਲੀ 'ਚ ਪਾ ਕੇ। ਅਤੇ ਜੇ ਆਖੇ ਮੈਂ ਦੁੱਧ ਪੀਣਾ ਹੈ ਅਤੇ ਉਹਨੂੰ ਦੁੱਧ ਦਾ ਗਲਾਸ ਭਰ ਕੇ ਦੇ ਦੇਵੇ। ਇਸ ਢੰਗ ਦੇ ਨਾਲ ਮਾਤਾ ਨੇ ਉਸ ਨੂੰ ਬੰਦਗੀ ਵਿੱਚ ਲਾਇਆ ਸੀ। ਅਤੇ ਹੁਣ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਜਦੋਂ ਆਦਮੀ ਬਹੁਤਾ ਮਿੱਠਾ ਖਾਂਦਾ ਹੈ, ਖੰਡ ਖਾਂਦਾ ਹੈ, ਅਤੇ ਜਾਂ ਹੋਰ ਗੁੜ ਵੀ ਸ਼ੱਕਰ ਵੀ ਮਿੱਠੀਆਂ ਚੀਜ਼ਾਂ ਨੇ ਨਾ, ਅਤੇ ਫਿਰ ਅਖੀਰ 'ਤੇ ਕਈ ਵਾਰੀ ਉਸ ਨੂੰ ਸ਼ੂਗਰ ਹੋ ਜਾਂਦੀ ਹੈ। ਸ਼ੂਗਰ ਇੱਕ ਬਿਮਾਰੀ ਵੀ ਹੈ ਨਾ, ਅਤੇ ਫਿਰ ਉਹਦੇ ਨਾਲ ਜਦੋਂ ਕੋਈ ਆਦਮੀ ਮਿੱਠਾ ਖਾਵੇ ਅਤੇ ਉਹਦੇ ਸਰੀਰ ਦੇ ਵਿੱਚ ਸ਼ੂਗਰ ਵਧਣ ਦੇ ਨਾਲ ਅਤੇ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੁੰਦੇ ਨੇ। ਕਈ ਵਾਰੀ ਉਸ ਨੂੰ ਦੌਰੇ ਵੀ ਪੈਣ ਲੱਗ ਜਾਂਦੇ ਨੇ, ਬੇਹੋਸ਼ ਹੋ ਜਾਂਦਾ ਹੈ। ਇਹ ਜਿਹੜੀ ਸ਼ੂਗਰ ਹੈ ਵਧੀ ਵੀ ਖਰਾਬ ਕਰਦੀ ਹੈ, ਘਟੀ ਉਦੋਂ ਖਤਰਨਾਕ ਹੁੰਦੀ ਹੈ। ਇਹ ਤਾਂ ਡਾਕਟਰਾਂ ਦਾ ਕਹਿਣਾ ਹੈ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਪਹਿਲਾਂ ਮੈਂ ਸ਼ੱਕਰ ਬਹੁਤ ਖਾਂਦਾ ਰਿਹਾ, ਪਰ ਹੁਣ ਸ਼ੱਕਰ ਹੋਈ ਵਿਸ। ਉਹੀ ਸ਼ੱਕਰ ਹੁਣ ਵਿਸ ਦਾ ਅਰਥ ਹੈ ਜ਼ਹਿਰ ਬਣ ਗਈ ਹੈ। ਜਦੋਂ ਮੈਂ ਮਿੱਠਾ ਖਾ ਲਵਾਂ ਅਤੇ ਉਸੇ ਵੇਲੇ ਚੱਕਰ ਆਉਣ ਲੱਗ ਜਾਂਦੇ ਨੇ, ਅਤੇ ਕਈ ਵਾਰੀ ਗਸ਼ਾਂ ਖਾ ਕੇ ਡਿੱਗ ਪੈਂਦਾ ਹਾਂ। ਸਰੀਰ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ। ਉਹੀ ਸ਼ੱਕਰ ਹੈ ਜਿਹੜੀ ਬੜੀ ਸ਼ੌਕ ਨਾਲ ਮੈਂ ਖਾਂਦਾ ਰਿਹਾ, ਅਤੇ ਪਰ ਉਹਨੂੰ ਮੇਰੇ ਲਈ ਜ਼ਹਿਰ ਬਣ ਗਈ ਹੈ। ਦੂਜਾ ਇਹਦਾ ਅੰਤਰੀ ਭਾਵ ਇਹ ਹੈ, ਸ਼ੱਕਰ ਤੋਂ ਭਾਵ ਹੈ ਜਿੰਨੇ ਮਿੱਠੇ ਸਵਾਦਲੇ ਪਦਾਰਥ ਨੇ, ਜਿਨ੍ਹਾਂ ਨੂੰ ਆਪਣੀ ਖੁਸ਼ ਹੋ ਕੇ ਸ਼ੌਕ ਦੇ ਨਾਲ ਖਾਂਦਾ ਹੈ। ਸਵਾਦਲੇ ਪਦਾਰਥ ਨੂੰ ਸ਼ੱਕਰ ਕਿਹਾ ਹੈ। ਦੇਖ ਫਰੀਦਾ ਜੇਥੀਆ ਸ਼ੱਕਰ ਹੋਈ ਵਿਸ। ਬਾਬਾ ਫਰੀਦ ਜੀ ਕਹਿੰਦੇ ਭਾਈ ਦੇਖ ਧਿਆਨ ਦੇ ਨਾਲ ਜਿਹੜੇ ਮਿੱਠੇ ਪਦਾਰਥ ਖਾਂਦਾ ਸੀ ਉਹ ਇਸ ਵੇਲੇ ਜ਼ਹਿਰ ਬਣ ਗਏ ਨੇ। ਇਹਦਾ ਮਤਲਬ ਇਹ ਹੈ ਜਦੋਂ ਕੋਈ ਬਿਮਾਰੀ ਲੱਗ ਜਾਂਦੀ ਹੈ ਅਤੇ ਫਿਰ ਇਹ ਜਿਹੜੇ ਪਦਾਰਥ ਨੇ ਵੀ ਇਹ ਕਹਿੰਦੇ ਨੇ ਜ਼ਹਿਰ ਵਾਂਗੂ ਪ੍ਰਤੀਤ ਹੁੰਦੇ ਨੇ। ਭਾਵ ਹੁਣ ਆਦਮੀ ਦੇ ਜਦੋਂ ਦੰਦ ਹੀ ਖਰਾਬ ਹੋ ਜਾਣ, ਦੰਦ ਗਏ ਤਾਂ ਸਵਾਦ ਗਿਆ, ਫਿਰ ਕੋਈ ਵੀ ਪਦਾਰਥ ਜ਼ਹਿਰ ਵਾਂਗੂ ਪ੍ਰਤੀਤ ਹੁੰਦਾ ਹੈ। ਸਾਈਂ ਬਾਝੋ ਆਪਣੇ ਵੇਦਨ ਕਹੀਐ ਕਿਸ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਹੁਣ ਆਪਣੇ ਸਾਈਂ ਮਾਲਕ ਖੁਦਾਵੰਦ ਕਰੀਮ ਤੋਂ ਬਿਨਾਂ ਮੈਂ ਆਪਣੀ ਵੇਦਨ ਦਾ ਅਰਥ ਹੈ ਪੀੜਾ ਨੂੰ, ਇਸ ਤਕਲੀਫ ਨੂੰ ਕਿਹਦੇ ਪਾਸ ਜਾ ਕੇ ਦੱਸਾਂ? ਕੋਈ ਮੇਰੀ ਇਸ ਵੇਦਨਾ ਨੂੰ, ਪੀੜਾ ਨੂੰ ਸੁਣਨ ਵਾਲਾ ਕੋਈ ਨਹੀਂ ਹੈ। ਕਿਉਂ? ਜਿਹੜੇ ਦੁਨੀਆ ਦੇ ਲੋਕ ਨੇ, ਤੁਸੀਂ ਉਹਨਾਂ ਕੋਲੇ ਜਾ ਕੇ ਜਦੋਂ ਦੁੱਖ ਰੋਵੋਗੇ ਤਾਂ ਉਹ ਆਪਣੇ ਦੁੱਖੜੇ ਸੁਣਾਉਣ ਲੱਗ ਜਾਂਦੇ। ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਹੁਣ ਕਿਸੇ ਕੋਲੇ ਜਾ ਕੇ ਆਪਣਾ ਕੋਈ ਮਜਬੂਰੀ ਦੱਸਦੇ ਹਾਂ, ਜਾਂ ਕੋਈ ਬਿਮਾਰੀ ਬਾਰੇ ਦੱਸਦੇ ਹਾਂ, ਜਾਂ ਕੋਈ ਦੁੱਖ ਤਕਲੀਫ ਜਾ ਕੇ ਸਾਂਝੀ ਕਰਦੇ ਹਾਂ, ਉਹ ਅੱਗੋਂ ਆਪਣੀਆਂ ਸੁਣਾਉਣ ਲੱਗ ਜਾਂਦੇ। ਇਸੇ ਲਈ ਦੁਨੀਆ ਦੇ ਲੋਕਾਂ ਦੇ ਕੋਲ ਜਾ ਕੇ ਵੇਦਨਾ ਤਕਲੀਫ ਸੁਣਾਉਣ ਦੀ ਲੋੜ ਨਹੀਂ। ਉਸ ਮਾਲਕ ਦੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ ਅਤੇ ਉਹੀ ਤੁਹਾਡੀ ਦੁੱਖ ਤਕਲੀਫ ਨੂੰ ਸੁਣਦੇ ਨੇ ਅਤੇ ਫਿਰ ਉਹਨੂੰ ਦੂਰ ਵੀ ਕਰ ਦਿੰਦੇ ਹਨ। ਫਰੀਦਾ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਵੇਖ ਲਓ, ਉਮਰ ਦੇ ਲਿਹਾਜ਼ ਦੇ ਨਾਲ ਅੱਖਾਂ ਵੀ ਦੇਖ ਦੇਖ ਕੇ ਪਤੀਣੀਆਂ ਪਤਲੀਆਂ ਪੈ ਜਾਂਦੀਆਂ ਨੇ, ਨਿਗਾਹ ਘਟ ਜਾਂਦੀ ਹੈ। ਅੱਖਾਂ ਦੀ ਜਿਹੜੀ ਨਜ਼ਰ ਹੈ ਉਹ ਵੀ ਬਹੁਤ ਘਟ ਜਾਂਦੀ ਹੈ। ਸੁਣ ਸੁਣ ਰੀਣੇ ਕੰਨ, ਅਤੇ ਸੁਣ ਸੁਣ ਕੇ ਜਿਹੜੇ ਸਾਡੇ ਕੰਨ ਨੇ ਉਹ ਵੀ ਰੀਣੇ ਦਾ ਅਰਥ ਹੈ ਸਰੋਤਰ ਸ਼ਕਤੀ ਤੋਂ, ਸਰੋਤ ਸ਼ਕਤੀ ਤੋਂ ਉਹ ਵੀ ਹੀਣੇ ਹੋ ਜਾਂਦੇ ਨੇ, ਖਾਲੀ ਹੋ ਜਾਂਦੇ ਨੇ। ਭਾਵ ਜਿਹੜੀਆਂ ਅੱਖਾਂ ਨੇ ਉਹ ਵੀ ਦੇਖ ਦੇਖ ਕੇ ਅੰਨੀਆਂ ਹੋ ਜਾਂਦੀਆਂ ਅਤੇ ਕੰਨ ਵੀ ਬੋਲੇ ਹੋ ਜਾਂਦੇ ਹਨ। ਸਾਖ ਪਕੰਦੀ ਆਈਆ, ਹੋਰ ਕਰੇਂਦੀ ਵੰਨ। ਲੋ ਭਗਤ ਜੀ ਕਹਿੰਦੇ ਨੇ ਜਿਹੜੇ ਸਾਡੇ ਸਿਰ ਦੇ ਵਾਲ ਨੇ ਜਾਂ ਸਰੀਰ ਦੇ ਰੋਮ ਨੇ, ਸਾਖ ਪਕੰਦੀ ਆਈਆ, ਜਦੋਂ ਕੋਈ ਫਸਲ ਪੱਕਦੀ ਹੈ ਨਾ, ਪੱਕਣ 'ਤੇ ਆਉਂਦੀ ਹੈ, ਹੋਰ ਕਰੇਂਦੀ ਵੰਨ, ਉਹ ਵੀ ਹੋਰ ਹੀ ਰੰਗ ਧਾਰਨ ਕਰ ਲੈਂਦੀ ਹੈ। ਕੋਈ ਵੀ ਫਸਲ ਜਦੋਂ ਪੱਕਦੀ ਹੈ ਨਾ, ਫਿਰ ਉਹਦਾ ਰੰਗ ਬਦਲ ਜਾਂਦਾ ਹੈ। ਪਹਿਲਾਂ ਹਰੀ ਹੁੰਦੀ ਹੈ ਅਤੇ ਫਿਰ
ਪੀਲੀ ਹੋ ਜਾਂਦੀ ਹੈ ਤੇ ਫਿਰ ਸੋਨੇ ਰੰਗੀ ਹੋ ਜਾਂਦੀ ਹੈ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਵੇਖ ਪਹਿਲਾਂ ਤੇਰੇ ਸਿਰ ਦੇ ਕੇਸ ਕਾਲੇ ਸਨ, ਰੋਮ ਵੀ ਕਾਲੇ ਸਨ, ਤੇ ਹੁਣ ਖੇਤੀ ਪੱਕਣ ਤੇ ਆ ਗਈ, ਬਿਰਧ ਅਵਸਥਾ ਹੋ ਗਈ ਹੈ ਤੇ ਹੁਣ ਉਹਦੇ ਰੰਗ ਬਦਲ ਗਏ ਨੇ। ਹੁਣ ਕਾਲੇ ਤੋਂ ਭੂਰੇ, ਭੂਰਿਆਂ ਤੋਂ ਸਫੈਦ ਹੋ ਗਏ ਹਨ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ। ਲੋ ਹੁਣ ਬਾਬਾ ਫਰੀਦ ਜੀ ਦੇ ਪਾਸ ਕਿਸੇ ਪ੍ਰੇਮੀ ਨੇ ਆ ਕੇ ਸਵਾਲ ਕੀਤਾ, ਕਹਿਣ ਲੱਗਾ, ਭਗਤ ਜੀ ਦੱਸੋ ਬੰਦਗੀ ਕਦੋਂ ਕਰਨੀ ਚਾਹੀਦੀ ਹੈ, ਕਿਹੜੀ ਉਮਰ ਦੇ ਵਿੱਚ ਕਰਨੀ ਚਾਹੀਦੀ ਹੈ? ਬਾਬਾ ਫਰੀਦ ਜੀ ਕਹਿੰਦੇ, ਦੁਨੀਆ ਦੇ ਦ੍ਰਿਸ਼ਟੀਕੋਣ ਤੋਂ ਬਈ ਜੇ ਬੰਦਗੀ ਕਰਨੀ ਹੈ ਕਿਸੇ ਵੀ ਉਮਰ ਦੇ ਵਿੱਚ ਕੀਤੀ ਜਾ ਸਕਦੀ ਹੈ, ਕੋਈ ਮਨਾਹੀ ਨਹੀਂ। ਪਰ ਨਾਲ ਹੀ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਕਾਲੀ ਜਿਨੀ ਨਾ ਰਾਵਿਆ। ਜਦੋਂ ਕਹਿੰਦੇ ਕਾਲੀ ਤੋਂ ਭਾਵ ਹੈ ਜਦੋਂ ਕੇਸਾਂ ਦਾ ਰੰਗ ਕਾਲਾ ਹੁੰਦਾ ਹੈ, ਜਵਾਨ ਅਵਸਥਾ ਹੁੰਦੀ ਹੈ। ਜਿਸ ਜੀਵ ਇਸਤਰੀ ਨੇ ਜਵਾਨੀ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ, ਧੌਲੀ ਰਾਵੈ ਕੋਏ। ਫਿਰ ਜਦੋਂ ਬਿਰਧ ਅਵਸਥਾ ਹੋ ਜਾਂਦੀ ਹੈ, ਧੌਲੀ ਤੋਂ ਭਾਵ ਸਾਡੇ ਸਿਰ ਦੇ ਵਾਲ ਚਿੱਟੇ ਹੋ ਜਾਂਦੇ ਨੇ, ਤੇ ਉਸ ਅਵਸਥਾ ਵਿੱਚ ਜਾ ਕੇ ਵੀ ਜੇ ਕੋਈ ਭਜਨ ਸਿਮਰਨ ਕਰ ਲਵੇ ਤੇ ਬਹੁਤ ਵਧੀਆ ਗੱਲ ਹੈ। ਕਰ ਸਾਈ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਉਹ ਸਾਈਂ ਖੁਦਾਵੰਦ ਕਰੀਮ ਦੇ ਨਾਲ ਪਿਰਹੜੀ ਪ੍ਰੀਤੀ ਸਾਨੂੰ ਕਰਨੀ ਚਾਹੀਦੀ ਹੈ। ਜੇ ਜਵਾਨੀ ਲੰਘ ਗਈ ਤੇ ਬਿਰਧ ਅਵਸਥਾ ਵਿੱਚ ਵੀ ਵਾਹਿਗੁਰੂ ਦੇ ਨਾਲ ਪ੍ਰੇਮ ਕਰੋ ਤੇ ਫਿਰ ਰੰਗ ਨਵੇਲਾ ਹੋਏ। ਬਾਬਾ ਫਰੀਦ ਜੀ ਕਹਿੰਦੇ ਨੇ, ਸਾਨੂੰ ਨਵਾਂ ਰੰਗ ਚੜ੍ਹ ਜਾਵੇਗਾ। ਜੇ ਬਿਰਧ ਅਵਸਥਾ ਵਿੱਚ ਵੀ ਸਿਮਰਨ ਕਰੋਗੇ, ਭਗਤੀ ਕਰੋਗੇ, ਤੁਹਾਨੂੰ ਨਾਮ ਬਾਣੀ ਦਾ, ਮਜੀਠ ਦਾ ਪੱਕਾ ਰੰਗ ਚੜ੍ਹ ਜਾਵੇਗਾ। ਮਹੱਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਲੋ ਇਹ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਵੀ ਮੌਜੂਦ ਸਨ। ਗੁਰਸਿੱਖ ਇਹਨਾਂ ਨੂੰ ਪੜ੍ਹਦੇ ਵੀ ਸਨ, ਵਿਚਾਰਦੇ ਵੀ ਸਨ, ਇਹਨਾਂ 'ਤੇ ਅਮਲ ਵੀ ਕਰਦੇ ਸਨ। ਹੁਣ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬਾਬਾ ਫਰੀਦ ਜੀ ਨੇ ਇਹ ਆਖਿਆ ਹੈ, ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਵੀ ਜੇ ਜਵਾਨੀ ਵਿੱਚ ਭਗਤੀ ਨਹੀਂ ਹੋਈ, ਬਿਰਧ ਅਵਸਥਾ ਵਿੱਚ ਕਰ ਲਵੋ। ਕੀ ਬਿਰਧ ਅਵਸਥਾ ਵਿੱਚ ਹੀ ਭਗਤੀ ਹੋ ਸਕਦੀ ਹੈ? ਤਾਂ ਸਤਿਗੁਰੂ ਇਹਦਾ ਜਵਾਬ ਦਿੰਦੇ ਨੇ, ਇਹਦਾ ਨਿਰਣਾ ਕਰਦੇ ਨੇ। ਮਹੱਲਾ ਤੀਜਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ। ਫਰੀਦਾ ਬਾਬਾ ਫਰੀਦ ਜੀ ਦੇ ਕਹਿਣ ਦਾ ਭਾਵ ਇਹ ਹੈ, ਕਾਲੀ ਦਾ ਅਰਥ ਹੈ ਜਵਾਨੀ ਵਿੱਚ ਤੇ ਧੌਲੀ ਦਾ ਅਰਥ ਹੈ ਬਿਰਧ ਅਵਸਥਾ ਦੇ ਵਿੱਚ। ਸਾਹਿਬ ਸਦਾ ਹੈ ਤੇ ਉਹ ਵਾਹਿਗੁਰੂ ਤੇ ਹਮੇਸ਼ਾ ਹੀ ਸਾਡੇ ਅੰਗ ਸੰਗ ਵਸ ਰਿਹਾ ਹੈ। ਚਾਹੇ ਕੋਈ ਜਵਾਨੀ ਹੈ ਕਿਸੇ ਦੇ ਸਰੀਰ ਤੇ, ਚਾਹੇ ਬਿਰਧ ਅਵਸਥਾ ਆ ਗਈ ਹੈ, ਜੇ ਕੋ ਚਿੱਤ ਕਰੇ, ਕਿਸੇ ਵੀ ਅਵਸਥਾ ਦੇ ਵਿੱਚ ਜੇ ਕੋਈ ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਭਾਵ ਜਵਾਨੀ ਵਿੱਚ ਚਾਹੇ ਬਿਰਧ ਅਵਸਥਾ ਵਿੱਚ, ਜਿਹੜਾ ਵਾਹਿਗੁਰੂ ਨੂੰ ਸਿਮਰਦਾ ਹੈ। ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਏ। ਉਹਦੇ ਨਾਲ ਉਹਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ। ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ, ਇਹ ਜਿਹੜਾ ਪਿਰਮ ਦਾ ਅਰਥ ਹੈ ਪ੍ਰੇਮ, ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਪ੍ਰੇਮ ਮਹਾਂਪੁਰਸ਼ਾਂ ਦੀ ਸੰਗਤ ਤੋਂ ਬਿਨਾਂ ਨਹੀਂ ਲੱਗਦਾ। ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਸੇ ਲਈ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਵੀ ਇਹ ਜਿਹੜਾ ਪ੍ਰੇਮ ਹੈ, ਰੱਬੀ ਇਸ਼ਕ ਹੈ, ਸੱਚਾ ਪਿਆਰ ਹੈ, ਇਹ ਆਪਣਾ ਲਾਇਆ ਨਹੀਂ ਲੱਗਦਾ। ਜੇ ਲੋਚਾ ਸਭ ਕੋਈ, ਭਾਵੇਂ ਹਰ ਕੋਈ ਚਾਹੁੰਦਾ ਹੈ ਵੀ ਮੇਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਲੱਗ ਜਾਵੇ, ਪਰ ਸਾਡਾ ਉਸ ਦੇ ਨਾਲ ਪ੍ਰੇਮ ਆਪਣੇ ਆਪ ਨਹੀਂ ਲੱਗ ਸਕਦਾ। ਇਹੋ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇ। ਇਹ ਜਿਹੜਾ ਪ੍ਰੇਮ ਦਾ ਪਿਆਲਾ ਹੈ, ਇਹ ਜਿਹੜਾ ਪ੍ਰੇਮ ਦਾ ਕਟੋਰਾ ਹੈ, ਇਹ ਮਾਲਕ ਦਾ ਹੈ। ਜੈ ਭਾਵੈ ਤੈ ਦੇ, ਜਿਸ ਨੂੰ ਪਾਉਂਦਾ ਉਸੇ ਨੂੰ ਦਿੰਦਾ ਹੈ। ਇਹਦਾ ਮਤਲਬ ਇਹ ਹੈ, ਜਿਹੜੀ ਭਗਤੀ ਕਰਨੀ ਹੈ, ਬੰਦਗੀ ਕਰਨੀ ਹੈ, ਸਿਮਰਨ ਕਰਨਾ ਹੈ, ਇਹ ਆਪਣੇ ਆਪ ਨਹੀਂ ਕੀਤਾ ਜਾ ਸਕਦਾ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ, ਸੇ ਸਿਮਰਾ ਜੀ ਆਪ ਸਿਮਰਾਏ। ਜੇ ਵਾਹਿਗੁਰੂ ਨਾਮ ਸਿਮਰਨ ਦਾ ਸ਼ੌਕ ਪੈਦਾ ਕਰੇ, ਸ਼ੌਕ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੁੰਦੀ।
ਇਸੇ ਲਈ ਪ੍ਰੇਮ ਦਾ ਪਿਆਲਾ ਤੇ ਖਸਮ ਦਾ ਹੈ, ਜਿਸ ਨੂੰ ਪਾਉਂਦਾ ਉਸੇ ਨੂੰ ਦਿੰਦਾ ਹੈ। ਕਈ ਧਰੂ ਤੇ ਪ੍ਰਹਿਲਾਦ ਭਗਤ ਵਰਗੇ ਬਚਪਨ ਦੇ ਵਿੱਚ ਹੀ ਭਗਤੀ ਕਰਨ ਲੱਗ ਪਏ, ਉਦੋਂ ਹੀ ਪ੍ਰੇਮ ਲੱਗ ਗਿਆ। ਅਤੇ ਬਾਬਾ ਫਰੀਦ ਜੀ, ਕਬੀਰ ਜੀ ਵਰਗੇ ਉਹ ਜਵਾਨੀ ਵਿੱਚ ਭਗਤੀ ਕਰਨ ਲੱਗ ਪਏ। ਉਹਨਾਂ ਨੂੰ ਜਦੋਂ ਪ੍ਰੇਮ ਲੱਗਿਆ ਉਹਨਾਂ ਨੇ ਭਗਤੀ ਸ਼ੁਰੂ ਕਰ ਦਿੱਤੀ, ਅਤੇ ਕਈ ਬਿਰਧ ਅਵਸਥਾ ਵਿੱਚ ਜਾ ਕੇ ਵੀ ਭਗਤੀ ਕਰਦੇ ਨੇ। ਇਹ ਤਾਂ ਵਾਹਿਗੁਰੂ ਦੀ ਮੌਜ ਹੈ। ਕਿਸੇ ਉਮਰ ਦੇ ਵਿੱਚ ਵੀ ਕਿਸੇ ਨੂੰ ਪ੍ਰੇਮ ਦਾ ਪਿਆਲਾ ਪਿਆ ਦੇਵੇ, ਫਿਰ ਉਹ ਬੰਦਗੀ ਕਰਦਾ ਹੈ। ਫਰੀਦਾ ਜਿਨ ਲੋਇਨ ਜਗ ਮੋਹਿਆ, ਸੇ ਲੋਇਨ ਮੈਂ ਡਿਠ। ਉਹ ਬਾਬਾ ਫਰੀਦ ਜੀ ਪਾਕ ਪਟਨ ਵਿੱਚ ਰਹਿੰਦੇ ਸਨ। ਸ਼ੱਕਰਗੰਜ ਮਹੱਲੇ ਦਾ ਨਾਮ ਹੈ। ਉੱਥੇ ਖੂਹ ਵੀ ਆ ਬਾਬਾ ਫਰੀਦ ਜੀ ਦੀ ਯਾਦ ਵਿੱਚ ਬਣਿਆ ਹੋਇਆ। ਉੱਥੇ ਨੇੜੇ ਇੱਕ ਵਿਸਵਾ ਦਾ ਘਰ ਸੀ। ਉਹ ਵਿਸਵਾ ਦੇ ਘਰ ਦੇ ਵਿੱਚ ਇੱਕ ਉਹਦੀ ਦਾਸੀ ਰਹਿੰਦੀ ਸੀ। ਇੱਕ ਦਿਨ ਉਸ ਨੂੰ ਕਹਿਣ ਲੱਗੀ, ਤੂੰ ਮੇਰੇ ਅੱਖਾਂ ਵਿੱਚ ਸੁਰਮਾ ਪਾ। ਅਤੇ ਜਦੋਂ ਸੁਰਮਾ ਪਾਉਣ ਲੱਗੀ, ਉਹ ਜਿਹੜਾ ਸੁਰਮਾ ਥੋੜ੍ਹਾ ਜਿਹਾ ਬਰੀਕ ਘੱਟ ਹੋਣਾ, ਜਦੋਂ ਉਹਦੇ ਅੱਖਾਂ ਵਿੱਚ ਸਿਲਾਈ ਦੇ ਨਾਲ ਸੁਰਮਾ ਪਾਇਆ ਅਤੇ ਉਹ ਉਹਦੇ ਰੜ ਗਿਆ। ਅਤੇ ਉਹਨੇ ਕੀ ਕੀਤਾ, ਦਾਸੀ ਨੂੰ ਕੁੱਟਣ ਮਾਰਨ ਲੱਗ ਪਈ। ਜਦੋਂ ਇਹ ਖਬਰ ਬਾਬਾ ਫਰੀਦ ਜੀ ਕੋਲ ਪਹੁੰਚੀ ਅਤੇ ਉਹ ਹੈਰਾਨ ਹੋ ਗਏ। ਕਹਿੰਦੇ ਹੁਣ ਉਸ ਦਾਸੀ ਦਾ ਕੋਈ ਇੰਨਾ ਕਸੂਰ ਤਾਂ ਹੈ ਨਹੀਂ ਸੀ। ਸੁਰਮਾ ਉਸ ਦਾ ਆਪਣਾ ਲਿਆਂਦਾ ਹੋਇਆ ਸੀ, ਉਹਨੇ ਤਾਂ ਅੱਖਾਂ ਵਿੱਚ ਹੀ ਪਾਇਆ ਸੀ। ਜੇ ਰੜਕਣ ਵੀ ਲੱਗ ਪਿਆ ਅਤੇ ਉਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਸੀ। ਫਿਰ ਥੋੜ੍ਹੇ ਸਮੇਂ ਤੋਂ ਬਾਅਦ ਇਹ ਪਤਾ ਲੱਗਿਆ ਵੀ ਉਹ ਵਿਸਵਾ ਚੜ੍ਹਾਈ ਕਰ ਗਈ। ਫਿਰ ਉਹਦੇ ਸਰੀਰ ਨੂੰ ਲੋਕਾਂ ਨੇ ਉਜਾੜ ਅਸਥਾਨ 'ਤੇ ਲਿਜਾ ਕੇ ਸੁੱਟ ਦਿੱਤਾ। ਜਿਹੜਾ ਉਹਦਾ ਸਰੀਰ ਸੀ ਉਹ ਤੇ ਜਾਨਵਰ ਖਾ ਗਏ, ਕੀੜੇ ਮਕੌੜੇ ਖਾ ਗਏ, ਅਤੇ ਜਿਹੜੀਆਂ ਅੱਖਾਂ ਸਨ, ਹੁਣ ਮ੍ਰਿਤਕ ਸਰੀਰ ਸੀ, ਉਸ ਮੁਰਦੇ ਦਾ ਪਿੰਜਰ ਸੀ, ਉਸ ਸਰੀਰ ਦੀਆਂ ਜਿਹੜੀਆਂ ਅੱਖਾਂ ਸਨ, ਉੱਥੇ ਕੋਈ ਪੰਛੀ ਸੀ, ਉਹਨੇ ਆ ਕੇ ਬੱਚੇ ਦੇ ਦਿੱਤੇ। ਅੱਖਾਂ ਦੇ ਵਿੱਚ ਖੁੱਡ ਜੀ ਬਣੀ ਹੁੰਦੀ ਹੈ ਨਾ, ਅੱਖਾਂ ਤਾਂ ਖਤਮ ਹੋ ਗਈਆਂ, ਆਂਡੇ ਤੇ ਨਿਕਲ ਗਏ। ਹੁਣ ਅੱਖਾਂ ਵਿੱਚ ਖੁੱਡਾਂ ਜੀਆਂ ਬਣੀਆਂ ਹੋਈਆਂ ਸਨ ਪਿੰਜਰ ਦੇ ਵਿੱਚ, ਉਹਦੇ ਵਿੱਚ ਆ ਕੇ ਕਿਸੇ ਚਿੜੀ ਨੇ, ਕਿਸੇ ਜਾਨਵਰ ਨੇ ਆਲ੍ਹਣਾ ਪਾ ਲਿਆ ਅਤੇ ਬੱਚੇ ਦੇ ਦਿੱਤੇ। ਉਹ ਸਾਰੀ ਹਾਲਤ ਨੂੰ ਬਾਬਾ ਫਰੀਦ ਜੀ ਨੇ ਦੇਖ ਕੇ ਇਹ ਸ਼ਲੋਕ ਉਚਾਰਨ ਕੀਤਾ। ਕੀ ਆਖਦੇ ਨੇ, ਫਰੀਦਾ ਜਿਨ ਲੋਇਨ ਜਗ ਮੋਹਿਆ। ਆ ਜਿਨ੍ਹਾਂ ਨੇਤਰਾਂ ਦੇ ਨਾਲ ਸੁਰਮਾ ਪਾ ਕੇ, ਕੱਜਲ ਪਾ ਕੇ ਇਸ ਵਿਸਵਾ ਨੇ ਸਾਰੇ ਸੰਸਾਰ ਨੂੰ ਮੋਹਤ ਕੀਤਾ ਹੋਇਆ ਸੀ, ਮੂਰਸ਼ਤ ਕੀਤਾ ਹੋਇਆ ਸੀ, ਸੇ ਲੋਇਨ ਮੈਂ ਡਿਠ, ਉਹੀ ਨੇਤਰਾਂ ਨੂੰ ਮੈਂ ਅੱਜ ਦੇਖਿਆ ਹੈ। ਕੱਜਲ ਰੇਖ ਨਾ ਸਹਿੰਦਿਆ, ਸੇ ਪੰਖੀ ਸੂਏ ਬਹਿਠ। ਉਹ ਸੁਰਮਾ ਥੋੜ੍ਹਾ ਜਿਹਾ ਤੇਜ਼ ਹੋਣਾ। ਬਾਬਾ ਫਰੀਦ ਜੀ ਕਹਿੰਦੇ ਜਿਹੜੇ ਕੱਜਲ ਦੀ ਰੇਖਾ ਨੂੰ ਨਹੀਂ ਸੀ ਸਹਾਰ ਸਕਦੇ, ਨੇਤਰ ਇੰਨੇ ਸੋਹਲ ਸਨ, ਇੰਨੇ ਨਾਜ਼ੁਕ ਸਨ, ਸੇ ਪੰਖੀ ਸੂਏ ਬੈਠਣ, ਉਹਨਾਂ ਵਿੱਚ ਪੰਛੀ ਦੇ ਸੂਏ ਦਾ ਅਰਥ ਹੈ ਬੱਚੇ ਆ ਕੇ ਬੈਠ ਕੇ ਨੇ। ਕਿਸੇ ਚਿੜੀ ਦੇ ਬੋਟ ਉਹਨਾਂ ਅੱਖਾਂ ਦੇ ਵਿੱਚ ਆਲ੍ਹਣਾ ਬਣਾ ਕੇ ਰਹਿਣ ਲੱਗ ਪਏ ਨੇ। ਇਸ ਲਈ ਭਾਈ ਆਪਣੇ ਸਰੀਰ ਦਾ, ਅੱਖਾਂ ਦਾ, ਕਿਸੇ ਵੀ ਅੰਗ ਦਾ ਮਾਣ ਨਹੀਂ ਕਰਨਾ ਚਾਹੀਦਾ। ਫਰੀਦਾ ਕੂ ਕਹਿੰਦਿਆਂ, ਚਾ ਗੇਂਦਿਆਂ, ਮਤੀ ਦੇਂਦਿਆਂ ਨਿਤ। ਲੋਣ ਬਾਬਾ ਫਰੀਦ ਜੀ ਕੋਲ ਕੋਈ ਵਿਗੜਿਆ ਹੋਇਆ ਆਦਮੀ ਆਇਆ। ਉਹਦੇ ਘਰ ਵਾਲੇ ਕਹਿਣ ਲੱਗੇ, ਮਹਾਰਾਜ ਜੀ ਨੂੰ ਸਮਝਾਓ। ਬਾਬਾ ਫਰੀਦ ਜੀ ਕਹਿਣ ਲੱਗੇ, ਭਲਿਆ ਲੋਕਾ, ਤੂੰ ਆਪਣੇ ਮਾਤਾ ਪਿਤਾ ਨੂੰ ਕਿਉਂ ਪਰੇਸ਼ਾਨ ਕਰਦੇ? ਜੋ ਕਹਿੰਦੇ ਨੇ ਇਹਨਾਂ ਦੀ ਗੱਲ ਮੰਨ ਲਿਆ ਕਰ। ਉਹ ਅੱਗੋਂ ਘਰਦਿਆਂ ਨੂੰ ਵੀ ਬੁਰਾ ਭਲਾ ਬੋਲਣ ਲੱਗ ਪਿਆ ਅਤੇ ਬਾਬਾ ਫਰੀਦ ਜੀ ਨੂੰ ਵੀ ਕਹਿੰਦਾ, ਤੁਸੀਂ ਆਪਣੀ ਮੱਤ ਆਪਣੇ ਕੋਲੇ ਰੱਖੋ, ਮੈਨੂੰ ਸਮਝਾਉਣ ਦੀ ਕੋਈ ਲੋੜ ਨਹੀਂ। ਤਾਂ ਉਸ ਵੇਲੇ ਬਾਬਾ ਫਰੀਦ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਵੀ ਕਈ ਲੋਕ ਇਹੋ ਜਿਹੇ ਨੇ ਜਿਨ੍ਹਾਂ 'ਤੇ ਸ਼ੈਤਾਨ ਹਾਵੀ ਹੋ ਜਾਂਦਾ। ਫਰੀਦਾ ਕੂ ਕਹਿੰਦਿਆਂ, ਚਾ ਗੇਂਦਿਆਂ। ਬਾਬਾ ਫਰੀਦ ਜੀ ਕਹਿੰਦੇ ਉੱਚੀ ਉੱਚੀ ਕੂਕਾਂ ਮਾਰ ਕੇ ਅਤੇ ਚਾਂਗਾ ਮਾਰ ਕੇ ਮੱਤੀ ਦਿੰਦਿਆਂ ਨਿੱਤ, ਵੀ ਮਾਤਾ ਪਿਤਾ ਇਸ ਨੂੰ ਨਿੱਤ ਅਕਲ ਦੇਣ ਦੀ ਕੋਸ਼ਿਸ਼ ਕਰਦੇ ਸਨ। ਅਤੇ ਜਿਹੜੇ ਹੋਰ ਸਾਧੂ ਮਹਾਤਮਾ ਲੋਕ ਵੀ ਨੇ, ਬੜੀ ਬੁਲੰਦ ਆਵਾਜ਼ ਦੇ ਨਾਲ ਉੱਚੀ ਉੱਚੀ ਕੂ ਕੇ ਅਤੇ ਚੀਕਾਂ ਮਾਰ ਮਾਰ ਕੇ, ਕਿੱਲ ਕੇ ਲੋਕਾਂ ਨੂੰ ਸਮਝਾਉਂਦੇ ਨੇ, ਭਾਈ ਤੁਸੀਂ ਮਾੜੇ ਕੰਮ ਨਾ ਕਰੋ
ਤੇ ਚੰਗੀ ਮੱਤ ਦਿੰਦੇ ਹਨ। ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰਹਿ ਚਿੱਤ। ਪਰ ਬਾਬਾ ਫਰੀਦ ਜੀ ਫਰਮਾਉਂਦੇ ਨੇ, ਜਿਸ ਨੂੰ ਸ਼ੈਤਾਨ ਨੇ ਵੰਜਾਇਆ ਦਾ ਅਰਥ ਹੈ ਖੁਆਰ ਕੀਤਾ ਹੋਇਆ ਹੈ, ਭਾਵ ਜਿਹਦੇ ਦਿਲ ਦਿਮਾਗ ਤੇ ਸ਼ੈਤਾਨ ਹਾਵੀ ਹੋਇਆ ਹੈ। ਸ਼ੈਤਾਨ ਇੱਕ ਉਹ ਸ਼ਕਤੀ ਹੈ ਜਿਹੜੀ ਖੁਦਾ ਦੇ ਰਸਤੇ ਵਿੱਚ ਵਿਘਨ ਪਾਉਂਦੀ ਹੈ, ਰੱਬ ਦੇ ਦਰ ਤੱਕ ਪਹੁੰਚਣ ਨਹੀਂ ਦਿੰਦੀ, ਉਸ ਨੂੰ ਸ਼ੈਤਾਨ ਕਹਿੰਦੇ ਨੇ। ਤੇ ਦੂਜੇ ਪਾਸੇ ਮਾਇਆ ਵੀ ਇਸ ਨੂੰ ਕਿਹਾ ਹੈ, ਇਸੇ ਨੂੰ ਕਲਯੁਗ ਵੀ ਕਹਿ ਦਿੰਦੇ ਨੇ। ਜਿਸ ਨੂੰ ਕਲਯੁਗ ਨੇ, ਜਿਸ ਨੂੰ ਸ਼ੈਤਾਨ ਨੇ ਖੁਆਰ ਕੀਤਾ ਹੈ, ਸੇ ਕਿਤ ਫੇਰਾ ਚਿੱਤ, ਉਹ ਆਪਣੇ ਚਿੱਤ ਨੂੰ ਕਦੋਂ ਵਾਪਸ ਮੋੜਦਾ ਹੈ, ਉਹ ਮਾੜੀਆਂ ਵਹਿਬਤਾਂ ਨੂੰ ਕਦੋਂ ਛੱਡਦਾ ਹੈ। ਹੁਣ ਕਈ ਜਿਹੜੇ ਨੌਜਵਾਨ ਨੇ ਨਸ਼ੇ ਦੇ ਆਦੀ ਹੋ ਜਾਂਦੇ ਨੇ। ਪਹਿਲਾਂ ਤਾਂ ਚੋਰੀ ਸਾਰਾ ਕੁਝ ਚੱਲਦਾ ਰਹਿੰਦਾ ਹੈ, ਮਾਤਾ ਪਿਤਾ ਨੂੰ ਪਤਾ ਵੀ ਨਹੀਂ ਲੱਗਦਾ। ਫਿਰ ਜਦੋਂ ਬਾਹਰੋਂ ਘਰੇ ਖਬਰਾਂ ਪਹੁੰਚਦੀਆਂ ਨੇ, ਮਾਤਾ ਪਿਤਾ ਫਿਕਰਮੰਦ ਹੋ ਜਾਂਦੇ ਨੇ ਤੇ ਫਿਰ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ, ਪਰ ਉਹਨਾਂ ਕੋਲੇ ਆ ਕੇ ਝੂਠ ਹੀ ਬੋਲੀ ਜਾਂਦੇ ਨੇ ਵੀ ਐਵੇਂ ਲੋਕ ਸਾਡੇ 'ਤੇ ਝੂਠੀਆਂ ਤੁਹਮਤਾਂ ਲਾਉਂਦੇ ਨੇ। ਅਸੀਂ ਬਿਲਕੁਲ ਠੀਕ ਹਾਂ। ਜਿਹੜਾ ਆਦਮੀ ਨਸ਼ੇੜੀ ਬਣ ਜਾਂਦਾ ਹੈ, ਉਹਦੀ ਜ਼ਮੀਰ ਮਰ ਜਾਂਦੀ ਹੈ, ਫਿਰ ਉਹ ਕਦੀ ਸੱਚ ਨਹੀਂ ਬੋਲਦਾ। ਉਹ ਆਪਣੇ ਮਾਤਾ ਪਿਤਾ ਦੇ ਸਾਹਮਣੇ ਵੀ, ਮਹਾਂਪੁਰਖਾਂ ਦੇ ਕੋਲ ਜਾ ਕੇ ਵੀ ਝੂਠ ਬੋਲਣ ਲੱਗ ਜਾਂਦਾ। ਉੱਥੇ ਕਹਿ ਦੂਗਾ ਜੀ ਮੈਂ ਨਸ਼ਾ ਨਹੀਂ ਕਰਦਾ, ਤੇ ਫਿਰ ਪਿੱਛੋਂ ਜਾ ਕੇ ਚੋਰੀ ਨਸ਼ਾ ਵੀ ਕਰੂਗਾ ਤੇ ਘਰਦਿਆਂ ਨਾਲ ਵੀ ਲੜੂਗਾ। ਬਹੁਤ ਸਾਰੇ ਇਹੋ ਜਿਹੇ ਪਰਿਵਾਰ ਸਾਧੂ ਮਹਾਤਮਾ ਦੇ ਕੋਲ ਆਉਂਦੇ ਵੀ ਨੇ, ਮਹਾਰਾਜ ਸਾਡਾ ਮੁੰਡਾ ਵਿਗੜ ਗਿਆ, ਉਹ ਨਸ਼ੇ ਕਰਦਾ, ਲੜਾਈਆਂ ਝਗੜੇ ਕਰਦਾ ਹੈ, ਮਾੜੀਆਂ ਵਹਿਬਤਾਂ ਦੇ ਵਿੱਚ ਪੈ ਗਿਆ, ਇਹਨੂੰ ਸਮਝਾਓ। ਪਰ ਨਾ ਉਹ ਮਾਤਾ ਪਿਤਾ ਦੀ ਮੰਨਦਾ, ਨਾ ਸਾਧੂ ਮਹਾਤਮਾ ਦੀ ਕੋਈ ਗੱਲ ਮੰਨਦਾ। ਬਾਬਾ ਫਰੀਦ ਜੀ ਇਹੋ ਜਿਹੇ ਵਿਗੜਿਆਂ ਤਿਗੜਿਆਂ ਬਾਰੇ ਹੀ ਕਹਿੰਦੇ ਨੇ ਵੀ ਜਿਸ ਨੂੰ ਸ਼ੈਤਾਨ ਨੇ ਖੁਆਰ ਕੀਤਾ ਹੈ, ਉਹ ਆਪਣੀਆਂ ਮਾੜੀਆਂ ਵਹਿਬਤਾਂ ਤੋਂ ਆਪਣੇ ਚਿੱਤ ਨੂੰ ਮੋੜ ਨਹੀਂ ਸਕਦਾ, ਉਹ ਕਦੇ ਮਾੜੀਆਂ ਵਹਿਬਤਾਂ ਨੂੰ ਛੱਡ ਨਹੀਂ ਸਕਦਾ। ਹਾਂ, ਕਲਗੀਧਰ ਪਾਤਸ਼ਾਹ ਨੇ ਇੱਕ ਜ਼ਰੂਰ ਬਚਨ ਆਖਿਆ ਹੈ, ਏਕ ਮਦੀ ਦੂਜਾ ਤਰਨ ਤੀਜਾ ਧਨ ਹੋਏ ਧਾਮ, ਪਾਪ ਕਰੇ ਬਿਨ ਕਿਉਂ ਬਚੈ ਬਚਾਵੈ ਰਾਮ। ਜਿਹਦੇ ਵਿੱਚ 3 ਐਬ ਹੋਣ ਨਾ, ਇੱਕ ਤਾਂ ਨਸ਼ੇ ਦੀ ਲੱਤ ਹੋਵੇ, ਸ਼ਰਾਬੀ ਕਬਾਬੀ ਹੋਵੇ, ਦੂਜੀ ਜਵਾਨ ਅਵਸਥਾ ਹੋਵੇ, ਜਵਾਨੀ ਵੀ ਮਸਤਾਨੀ ਹੁੰਦੀ ਹੈ, ਤੇ ਤੀਜਾ ਘਰ ਦੇ ਵਿੱਚ ਧਨ ਬਹੁਤਾ ਹੋਵੇ। ਇਹ ਜਦੋਂ 3 ਐਬ ਮਨੁੱਖ ਦੇ ਕੋਲ ਆ ਜਾਂਦੇ ਨੇ, ਫਿਰ ਉਹ ਪਾਪ ਕਰਨ ਤੋਂ ਬਿਨਾਂ ਕਿਵੇਂ ਬਚ ਸਕਦਾ ਹੈ। ਫਿਰ ਘਰਦਿਆਂ ਤੋਂ ਚੋਰੀ ਜਿੱਥੇ ਦੇਹ ਵਪਾਰ ਦੇ ਅੱਡੇ ਹੁੰਦੇ ਨੇ, ਉਹ ਲੋਕ ਉੱਥੇ ਜਾਂਦੇ ਨੇ, ਨਾਲੇ ਨਸ਼ਿਆਂ ਦਾ ਸੇਵਨ ਕਰਦੇ ਨੇ, ਨਾਲੇ ਵਿਭਚਾਰ ਬਲਾਤਕਾਰ ਕਰਦੇ ਨੇ, ਤੇ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾਓ ਉਹ ਸਮਝਦੇ ਨੇ। ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੈ ਚਿੱਤ, ਜਿਸ ਨੂੰ ਸ਼ੈਤਾਨ ਨੇ ਖੁਆਰ ਕੀਤਾ ਹੋਵੇ ਤੇ ਫਿਰ ਉਹ ਆਪਣੇ ਚਿੱਤ ਨੂੰ ਕਦੀ ਮੋੜ ਨਹੀਂ ਸਕਦਾ। ਇਹ ਹੈ ਬਾਬਾ ਫਰੀਦ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ, ਜੋ ਬਾਬਾ ਜੀ ਨੇ ਸਾਨੂੰ ਸਰਵਣ ਕਰਵਾਈ ਹੈ, ਅਤੇ ਇਹਨੂੰ ਆਪਾਂ ਆਪਣੇ ਜੀਵਨ ਵਿੱਚ ਵਸਾਈਏ। ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਫਰੀਦਾ ਕੂ ਕਹਿੰਦਿਆਂ ਚਾ ਗੇਂਦਿਆਂ ਮਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰਹਿ ਚਿੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।